Googly Entertainment. रहनी आ मेरी पेस्ट खत्म हो जाए ना तो मैं रसोई चो वेलना लैके आनी नहीं तो पेस्ट चंगी तरह मल मल के जी लास्ट वह ड्रॉप होंगे ना वह भी मैं कट लेनी। डोली लगी तुरन तो मैं रोन लग गई तो क्योंकि तुहानूं पता भी माँ प्यो भैन भरा छड्ड के जाने कितना औखा हुंदा। तो मैं जो रोंदी पई सी ते गड्डी च बैठी हसबैंड भी रोन लग गए। तो मैं क्या भी तुसीं क्यों रोंदे ते कहंदे मैं क्या भी मैं तो इस करके रो रही हाँ क्योंकि मैं अपनी माँ प्यो भैन भरा छड्ड के चली हाँ तां रो रही हाँ तुसीं क्यों रोंदे। कहंदे मैं तां रोन दिया क्योंकि तू मेरे जांदियां ही छडा लेने। हसबैंड मेरे वही पुराने वाले ने तो इक्को ही ने। ਗੂਗਲੀ ਐਂਟਰਟੇਨਮੈਂਟ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਐਪੀਸੋਡ 9 ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਮਿਲਾਉਣ ਜਾ ਰਹੇ ਹਾਂ ਪ੍ਰਸਿੱਧ ਅਦਾਕਾਰ ਤੇ ਕਮੇਡੀਅਨ ਰਾਜਵੀਰ ਜੀ ਦੇ ਨਾਲ। ਔਰ ਉਹ ਰਾਜਵੀਰ ਜਿਨ੍ਹਾਂ ਦਾ ਨਾਂ ਲਿਆ ਹੀ ਤਬੀਅਤ ਖੁਸ਼ ਹੋ ਜਾਂਦੀ ਆ, ਚਿਹਰੇ ਦੇ ਉੱਤੇ ਰੌਣਕਾਂ ਆ ਜਾਂਦੀਆਂ ਵਾ। ਔਰ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਰਾਜਵੀਰ ਜੀ ਦੇ ਕੰਮ ਜਿਹੜੇ ਉਹ ਮੈਂ ਬੋਲ ਕੇ ਜਿਹੜੇ ਦੱਸਾਂ ਤੇ ਉਹ ਹੋਰ ਤਰ੍ਹਾਂ ਦਾ ਲੱਗੇਗਾ। ਅੱਜ ਗੱਲਬਾਤ ਦੇ ਜ਼ਰੀਏ ਜਿਹੜਾ ਵਾ ਉਹ ਤੁਹਾਨੂੰ ਬਿਲਕੁਲ ਇਹਨਾਂ ਦੇ ਨੇੜੇ ਲੈ ਕੇ ਚੱਲਦੇ ਹਾਂ। ਆਓ ਮਿਲੀਏ ਰਾਜਵੀਰ ਜੀ ਦੇ ਨਾਲ। ਗੂਗਲੀ ਐਂਟਰਟੇਨਮੈਂਟ ਚੈਨਲ ਦੇਖਣ ਵਾਲਿਆਂ ਨੂੰ ਰਾਜਵੀਰ ਕੌਰ ਕਮੇਡੀਅਨ ਦਾ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਰਮੇਸ਼ ਸਰ ਜੀ, ਥੈਂਕ ਯੂ ਸੋ ਮਚ। ਬੜਾ ਕਰਮਾਂ ਵਾਲਾ ਦਿਨ ਆ, ਬੜਾ ਹੀ ਭਾਗਾਂ ਵਾਲਾ ਦਿਨ ਆ ਕਿ ਅੱਜ ਅਸੀਂ ਰਾਜਵੀਰ ਜੀ ਦੇ ਘਰ ਬੈਠੇ ਆ ਕਿਉਂਕਿ ਟੀਵੀ ਦੇ ਉੱਤੇ ਜ਼ਿਆਦਾ ਦਰਸ਼ਨ ਜਿਹੜੇ ਉਹ ਹੁੰਦੇ ਰਹੇ ਆ। ਔਰ ਇੰਨਾ ਰੂਹ ਨੂੰ ਸਕੂਨ ਮਿਲਦਾ ਇਹਨਾਂ ਨਾਲ ਗੱਲ ਕਰਕੇ। ਲਫ਼ਜ਼ਾਂ ਦੇ ਉੱਤੇ ਬੜੀ ਵੱਡੀ ਪਕੜਿਆ, ਪੰਜਾਬੀ ਮਾਂ ਬੋਲੀ ਨਾਲ ਬਹੁਤ ਪਿਆਰ ਕਰਦੇ ਆ ਔਰ ਇਹਨਾਂ ਦੇ ਹਰ ਲਫ਼ਜ਼ ਦੇ ਵਿੱਚੋਂ ਮਾਂ ਬੋਲੀ ਨਾਲ ਪਿਆਰ ਝਲਕਦਾ ਵਾ। ਇਹ ਤੁਸੀਂ ਸਾਰੇ ਦਰਸ਼ਕਾਂ ਨੇ ਦੇਖ ਲੈਣਾ ਖੁਦ ਹੀ ਕਿ ਕਿਵੇਂ ਦੀਆਂ ਗੱਲਾਂ ਚੱਲਦੀਆਂ ਅੱਜ ਤੇ ਕਿਵੇਂ ਦਾ ਇੰਟਰਵਿਊ ਹੁੰਦਾ। ਤੇ ਰਾਜਵੀਰ ਜੀ ਨਾਲ ਗੱਲ ਕਰਦੇ ਆ ਕਿ ਰਾਜਵੀਰ ਜੀ ਤੁਹਾਡਾ ਬਚਪਨ ਜਿਹੜਾ ਵਾ ਉਹ ਕਿਵੇਂ ਦਾ ਰਿਹਾ। ਰਮੇਸ਼ ਜੀ ਮੇਰਾ ਬਚਪਨ ਜਿਹੜਾ ਮੇਰੇ ਨਾਨਕੇ ਪਿੰਡ ਦੇ ਵਿੱਚ ਜ਼ਿਆਦਾ ਮੇਰੀ ਜਿਹੜੀ ਆ ਉਹ ਪਾਲਣਾ ਪੋਸ਼ਣਾ ਹੋਈ ਮੇਰੇ, ਕਿਉਂਕਿ ਮੇਰੇ ਡੈਡ ਜਿਹੜੇ ਸੀ ਉਹ ਪੁਲਿਸ ਦੇ ਵਿੱਚ ਸੀਗੇ ਅਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਬਹੁਤ ਛੋਟੇ ਸੀਗੇ ਅਸੀਂ ਅਤੇ ਮੇਰੀ ਜਿਹੜਾ ਮੇਰਾ ਬਚਪਨ ਆ ਜ਼ਿਆਦਾਤਰ ਮੇਰੇ ਨਾਨਕਿਆਂ ਦੇ ਵਿੱਚ ਪਿੰਡ ਗੋਇੰਦਵਾਲ ਖਵਾਸਪੁਰ ਦੇ ਵਿੱਚ ਬੀਤਿਆ। ਔਰ ਉਹ ਪਿੰਡਾਂ ਦੀ ਐਕਚੁਅਲੀ ਮੈਂ ਵੇਖਿਆ ਜਾਵੇ ਤਾਂ ਮੈਂ ਪਿੰਡ ਦੀ ਜੰਮ ਪਾਲਿਆ ਔਰ ਮੇਰੀ ਜਿਹੜੀ ਆ ਉਹ ਕਾਠੀ ਆ ਜਿਹੜੀ ਮੇਰੀ ਹੱਡੀ ਆ ਉਹ ਮੇਰੀ ਪਿੰਡ ਦੀ ਆ। ਅਤੇ ਮੇਰਾ ਜਿਹੜਾ ਬਚਪਨ ਜਿਹੜਾ ਮੇਰਾ ਜ਼ਿਆਦਾਤਰ ਪਿੰਡ 'ਚ ਹੀ ਬੀਤਿਆ। ਮੇਰੀ ਜਿਹੜੀ ਸਿੱਖਿਆ ਉਹ ਵੀ ਪਿੰਡ ਦੇ ਵਿੱਚ ਹੀ ਹੋਈ ਆ। ਔਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਖਵਾਸਪੁਰ ਜਿਹੜਾ ਉਹ ਮੇਰੇ ਨਾਨਕਿਆਂ ਦਾ ਪਿੰਡ ਆ ਜਿੱਥੇ ਮੇਰੀ ਜਿਹੜੀ ਆ ਉਹ ਪਾਲਣਾ ਪੋਸ਼ਣਾ ਹੋਈ, ਜਿੱਥੋਂ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਆ ਉਹ ਪਹਿਲਾ ਕਦਮ ਅਤੇ ਪਹਿਲੀ ਅੱਖ ਜਿਹੜੀ ਸੀ ਉੱਥੋਂ ਪੁੱਟੀ ਸੀ। ਬਹੁਤ ਹੀ ਵਧੀਆ ਗੱਲ, ਕਿਉਂਕਿ ਪਿੰਡ ਨਾਲ ਜਿਹੜਾ ਮੋਹ ਹੋਣਾ ਬਹੁਤ ਜ਼ਰੂਰੀ ਆ। ਅਖੀਰਲੇ ਸਮਾਂ ਤੱਕ ਪਿੰਡ ਦੀ ਮਿੱਟੀ ਦੇ ਨਾਲ ਜਿਹੜਾ ਵਾ ਮੋਹ ਉਹ ਪਿਆਰ ਰਹਿੰਦਾ ਇਨਸਾਨ ਦਾ। ਅਤੇ ਅਗਲੀ ਗੱਲ ਕਰਦੇ ਹਾਂ ਸਿੱਖਿਆ ਖੇਤਰ ਸੰਬੰਧੀ। ਸਿੱਖਿਆ ਜਿਹੜੀ ਆ ਉਹ ਕਿੱਥੋਂ ਤੱਕ ਪ੍ਰਾਪਤ ਕੀਤੀ ਮਿਲਦੇ ਆ ਰਾਜਵੀਰ ਜੀ।
ਰਮੇਸ਼ ਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਿੰਡ ਦੀ ਜੰਮਪਲ ਹਾਂ ਅਤੇ ਮੇਰੀ ਪਿੰਡ ਦੇ ਵਿੱਚ, ਨਾਨਕੇ ਪਿੰਡ ਦੇ ਵਿੱਚ ਹੀ ਮੇਰਾ ਜਨਮ ਹੋਇਆ। ਅਤੇ ਮੇਰੀ ਜਿਹੜੀ ਮੁੱਢਲੀ ਸਿੱਖਿਆ ਹੈ 5ਵੀਂ ਤੱਕ ਮੈਂ ਆਪਣੇ ਪਿੰਡੀਆਂ ਦੇ ਵਿੱਚ ਪੜ੍ਹੀ ਹਾਂ। ਉਸ ਤੋਂ ਬਾਅਦ ਸਾਡੇ, ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜਾ ਸੀਗਾ ਨਾ, ਕੁੜੀਆਂ ਦਾ ਸਕੂਲ ਵੱਖਰਾ ਹੁੰਦਾ ਸੀ ਅਤੇ ਮੁੰਡਿਆਂ ਦਾ ਸਕੂਲ ਵੱਖਰਾ ਹੁੰਦਾ ਸੀਗਾ, ਕਿਉਂਕਿ ਉਸ ਸਮੇਂ ਦਾ ਸਮਾਜ ਜਿਹੜਾ ਸੀਗਾ ਨਾ ਉਹ ਇੰਨਾ ਬਦਲਾਅ ਨਹੀਂ ਸੀ ਉਹਦੇ 'ਚ ਆਇਆ। ਅਤੇ ਸਾਡੇ ਫਿਰ ਲਾਗੇ ਪਿੰਡ ਫਤਿਆਬਾਦ ਹੁੰਦਾ ਸੀ, ਉਹਦੇ ਵਿੱਚ ਲੜਕੀਆਂ ਦਾ ਇੱਕ ਸਕੂਲ ਹੁੰਦਾ ਸੀ। ਮੈਂ ਫਿਰ ਉਹਦੇ ਵਿੱਚ ਆਪਣੀ ਜਿਹੜੀ 8th ਤੱਕ ਜਿਹੜੀ ਮੈਂ ਉਸ ਪਿੰਡ ਦੇ ਵਿੱਚ, ਉੱਥੋਂ 6 ਤੋਂ ਲੈ ਕੇ 8th ਤੱਕ ਮੈਂ ਫਤਿਆਬਾਦ ਪਿੰਡ ਦੇ ਵਿੱਚ ਆਪਣੀ ਜਿਹੜੀ 8ਵੀਂ ਕੀਤੀ। ਔਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਡੈਡੀ ਪੁਲਿਸ ਦੇ ਵਿੱਚ ਸੀ, ਫਿਰ ਉਹਨਾਂ ਦੀ ਬਦਲੀ ਹੋ ਗਈ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਪੰਜਾਬ ਦਾ ਮਾਹੌਲ ਵੀ ਕਾਫੀ ਖ਼ਰਾਬ ਹੋ ਗਿਆ ਸੀ ਅਤੇ ਸਾਨੂੰ ਸਾਡੇ ਡੈਡ ਜਿਹੜੇ ਸੀ ਉਹ ਤਰਨਤਾਰਨ ਸ਼ਹਿਰ ਦੇ ਵਿੱਚ ਲੈ ਆਏ ਸੀ। ਫਿਰ ਤਰਨਤਾਰਨ ਸ਼ਹਿਰ ਦੇ ਵਿੱਚ ਇੱਕ ਬੜਾ ਪ੍ਰਸਿੱਧ ਸਕੂਲ ਹੈ, ਗੰਗਾ ਮਾਤਾ ਸਕੂਲ, ਗੰਗਾ ਮਾਤਾ ਗਰਲ ਸਕੂਲ ਜਿਹੜਾ ਹੈ, ਮੈਂ ਉਹਦੇ ਵਿੱਚੋਂ, ਉਹ ਵੀ ਲੜਕੀਆਂ ਦਾ ਸਕੂਲ ਸੀਗਾ, ਅਤੇ ਉੱਥੋਂ ਮੈਂ ਫਿਰ ਆਪਣੀ 10ਵੀਂ ਕੀਤੀ। ਔਰ 10ਵੀਂ ਤੋਂ ਬਾਅਦ ਸੇਮ ਉੱਦਾਂ ਹੀ ਕਿ ਡੈਡ ਦੀ ਫਿਰ ਟਰਾਂਸਫਰ ਹੋ ਗਈ ਬਟਾਲੇ ਦੇ ਵਿੱਚ, ਅਤੇ ਮੈਂ ਆਪਣੀ ਪੂਰੀ ਗ੍ਰੈਜੂਏਸ਼ਨ ਜਿਹੜੀ ਆ ਉਹ ਆਪਣੀ DAV ਕਾਲਜ ਆਗਿਆਵਤੀ ਮਰਵਾਹਾ ਤੋਂ +2 ਕੀਤੀ। ਔਰ ਜਿਹੜੀ ਗ੍ਰੈਜੂਏਸ਼ਨ ਕੰਪਲੀਟ ਮੈਂ ਕੀਤੀ RR ਬਾਵਾ DAV ਕਾਲਜ ਬਟਾਲਾ ਤੋਂ। ਬਹੁਤ ਹੀ ਵਧੀਆ ਗੱਲ, ਇਹ ਸਿੱਖਿਆ ਖੇਤਰ ਦੇ ਨਾਲ ਸੰਬੰਧਿਤ ਗੱਲਬਾਤ ਹੋਈ ਆ। ਔਰ ਹੁਣ ਸਾਡਾ ਜਿਹੜਾ ਐਪੀਸੋਡ ਆ ਉਹਦਾ ਨਾਂ ਆ ਸਫ਼ਰ-ਏ ਜ਼ਿੰਦਗੀ, ਅਤੇ ਅਦਾਕਾਰੀ ਵੱਲ ਕਿਵੇਂ ਝੁਕਾਅ ਹੋਇਆ ਰਾਜਵੀਰ ਜੀ ਦਾ। ਹੁਣ ਸਾਰਾ ਇਹ ਜਿਹੜਾ ਵਾ ਤੁਹਾਨੂੰ ਦ੍ਰਿਸ਼ ਜਿਹੜਾ ਸਾਹਮਣੇ ਲੈ ਕੇ ਆਉਂਦੇ ਗੱਲਾਂ ਦੇ ਰਾਹੀਂ, ਕਿ ਕਿਵੇਂ ਇਹਨਾਂ ਨੇ ਪੈਂਡਾ ਤੈਅ ਕੀਤਾ ਅਦਾਕਾਰੀ ਸੰਬੰਧੀ, ਔਰ ਪਹਿਲੀ ਜਿਹੜੀ ਲਾਈਵ ਪੇਸ਼ਕਾਰੀ ਸੀ ਉਹ ਕਿਵੇਂ ਹੋਈ, ਕਿਵੇਂ ਘਰਦਿਆਂ ਨੇ ਜਿਹੜਾ ਵਾ ਉਹ ਇਸ ਬੰਨੇ ਨੂੰ ਹੱਲਾਸ਼ੇਰੀ ਦਿੱਤੀ ਜਾਣ ਵਾਸਤੇ, ਜਾਂ ਇਹਨਾਂ ਨੇ ਖੁਦ ਹੀ ਆਪਣਾ ਪੈਰ ਆਪ ਇਸ ਖੇਤਰ ਵੱਲ ਪੁੱਟਿਆ, ਸਾਰੀਆਂ ਗੱਲਾਂ ਕਰਦੇ ਹਾਂ। ਬਿਲਕੁਲ ਰਮੇਸ਼ ਜੀ, ਬਹੁਤ ਮੇਰੀ ਜ਼ਿੰਦਗੀ ਦੇ ਬਿਲਕੁਲ ਨੇੜੇ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਬੜੀ ਇਸ ਚੀਜ਼ ਦੀ ਅਹਿਮ ਸਥਾਨ ਆ ਕਿ ਮੈਂ ਇਸ ਖੇਤਰ 'ਚ ਕਿਵੇਂ ਆਈ। ਰਮੇਸ਼ ਜੀ, ਮੈਨੂੰ ਬਚਪਨ ਤੋਂ ਹੀ ਨਾ ਬਹੁਤ ਸ਼ੌਂਕ ਸੀਗਾ। ਬਚਪਨ ਦੇ ਵਿੱਚ ਹੀ ਇਹ ਚੇਟਕ ਮੈਨੂੰ ਮੇਰੇ ਨਾਨਕੇ ਪਿੰਡ ਤੋਂ ਹੀ ਲੱਗ ਗਈ ਸੀ ਕਿ ਨਾਨਕੇ ਪਿੰਡਾਂ ਦਾ ਸੁਭਾਅ ਬੜਾ ਖੁੱਲ੍ਹਾ ਹੁੰਦਾ। ਸਾਡੇ ਪਿੰਡ ਦੇ ਵਿੱਚ ਸੱਥਾਂ ਲੱਗਦੀਆਂ ਸੀਗੀਆਂ, ਬੋੜਾਂ ਦੇ ਥੱਲੇ ਉਹ ਬਜ਼ੁਰਗ ਬੈਠਦੇ ਸੀਗੇ, ਸਾਡੇ ਘਰਾਂ ਦੇ ਵਿੱਚ ਉਹ ਦਾਈਆਂ ਮਾਈਆਂ ਆਉਂਦੀਆਂ ਸੀ, ਅਤੇ ਮੈਂ ਉਹਨਾਂ ਨੂੰ ਵੇਖ ਕੇ ਨਾ ਉਹਨਾਂ ਦੀ ਮੈਂ ਐਕਟਿੰਗ ਕਰਦੀ ਹੁੰਦੀ ਸੀ। ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਦੀ ਹੁੰਦੀ ਅਤੇ ਮੈਂ ਸਕੂਲ ਦੇ ਵਿੱਚ ਆਪਣੇ ਟੀਚਰਸ ਦੀ ਨਕਲ ਕਰਨੀ ਸ਼ੁਰੂ ਕਰ ਦੇਣੀ। ਅਤੇ ਮੇਰੇ ਪਿੰਡ ਦੇ ਵਿੱਚ ਨਾ, ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਨਾਨਕੇ ਪਿੰਡ ਦਾ ਮੇਰਾ ਬਹੁਤ ਮੋਹ ਸੀ, ਅਤੇ ਮੇਰੇ ਮਾਮਾ ਜੀ ਨੇ ਰਾਤ ਨੂੰ, ਜਦੋਂ ਸਾਡੇ ਮਾਮਾ ਜੀ ਨੇ, ਨਾਨਾ ਜੀ ਨੇ, ਮਾਸੀਆਂ ਨੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਰਾਤ ਨੂੰ ਮੰਜੇ ਡਾਹ ਕੇ ਬਾਹਰ ਬੈਠਣਾ ਅਤੇ ਮੈਨੂੰ ਕਹਿਣਾ ਰਾਜਵੀਰ ਆ, ਅਤੇ ਮੈਂ ਉਹਨਾਂ ਨੂੰ ਨਾ ਐਕਟਿੰਗ ਕਰਕੇ ਨਕਲਾਂ ਕਰਕੇ, ਕਦੀ ਕਿਸੇ ਸਕੂਲ ਦੀ ਅਧਿਆਪਕਾ ਦੀ ਮੈਂ ਨਕਲ ਕਰ ਲੈਣੀ, ਮੈਂ ਕਿਸੇ ਪਿੰਡ ਦੇ ਤੂੜੀ ਚੁੱਕਣ ਵਾਲੇ ਦੀ ਨਕਲ ਕਰ ਲੈਣੀ, ਸਾਡੇ ਕਾਮੇ ਦੀ ਮੈਂ ਨਕਲ ਕਰ ਲੈਣੀ ਨਾ। ਅਤੇ ਉਹਨਾਂ ਨੂੰ ਵੇਖ ਕੇ ਮੈਂ ਰਮੇਸ਼ ਜੀ ਉਹਨਾਂ ਦੀ ਮੈਂ ਐਕਟਿੰਗ ਕਰਨੀ। ਅਤੇ ਫਿਰ ਮੇਰੇ ਨਾਨਕਿਆਂ ਦੇ ਜਿਹੜੇ ਮੇਰੇ ਮਾਮਾ ਜੀ ਉਹਨਾਂ ਨੇ ਮੈਨੂੰ ਕਹਿਣਾ ਰਾਜਵੀਰ ਤੂੰ ਕਰਕੇ ਦਿਖਾ। ਫਿਰ ਜਦੋਂ ਉਹ ਮੈਂ ਕਰਨਾ ਤਾਂ ਉਹਨਾਂ ਨੇ ਉੱਚੀ ਉੱਚੀ ਹੱਸਣਾ, ਅਤੇ ਮੈਨੂੰ ਜਿੱਦਾਂ ਬਚਪਨ ਤੋਂ ਹੀ ਮੈਨੂੰ ਇੰਝ ਲੱਗਣ ਲੱਗ ਗਿਆ ਕਿ ਜਿਵੇਂ ਇਹੀ ਮੇਰੀ ਆਡੀਅנס ਆ। ਔਰ ਰਾਮਪੁਰਾ ਜੀ, ਮੈਂ ਤੁਹਾਨੂੰ ਸੱਚੀ ਦੱਸਾਂ ਰਮੇਸ਼ ਜੀ, ਮੈਂ ਕਦੀ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ ਕਿ ਮੇਰਾ ਖੇਤਰ ਜਿਹੜਾ ਉਹ ਐਕਟਿੰਗ ਜਗਤ ਦੇ ਵਿੱਚ ਮੈਂ ਕਦੀ ਪੈਰ ਧਰਾਂਗੀ। ਇਹ ਮੇਰੇ ਜਿੱਦਾਂ ਗੋਡ ਗਿਫਟ ਜਿਹਨੂੰ ਕਹਿ ਦਿੰਦੇ ਆਪਾਂ ਕਿ ਧੁਰ ਅੰਦਰ ਹੀ ਸੀ ਇਹ ਚੀਜ਼। ਜਦੋਂ ਮੇਰੀ ਛੋਟੀ ਜਿਹੀ ਆਡੀਅנס ਬਣਨ ਲੱਗ ਗਈ, ਉਹ ਮੇਰੇ ਦਰਸ਼ਕ ਬਣ ਗਏ, ਮੇਰੇ ਮਾਮਾ ਜੀ, ਮੇਰੀ ਮਾਸੀ, ਮੇਰੀ ਨਾਨੀ, ਮੇਰੇ ਉਹ ਪਿੰਡ ਦੇ ਨਾਨਕਿਆਂ ਦੇ ਬੱਚੇ ਜਿਹੜੇ ਸੀ ਨਾ, ਉਹ ਮੇਰੇ ਦਰਸ਼ਕ ਬਣ ਗਏ। ਜਦੋਂ ਉਹਨਾਂ ਨੇ ਹੱਸਣਾ ਅਤੇ ਮੈਨੂੰ ਚੰਗਾ ਲੱਗਣਾ, ਉਹ ਫਿਰ ਮਹਿਫਲ ਜਿਹੜੀ ਰੋਜ਼ ਰਾਤ ਨੂੰ ਲੱਗਣ ਲੱਗ ਗਈ। ਸਬੱਬੀ ਰਮੇਸ਼ ਜੀ, ਉਹਨਾਂ ਦਿਨਾਂ ਦੇ ਵਿੱਚ ਸ਼ਨੀਵਾਰ ਦੇ ਵਾਲੇ ਦਿਨ ਨਾ ਇੱਕ ਬਾਲ ਸਭਾ ਲੱਗਦੀ ਹੁੰਦੀ ਸੀ। ਉਸ ਬਾਲ ਸਭਾ ਦੇ ਵਿੱਚ ਬੱਚੇ ਜਿਹੜੇ ਸੀ ਨਾ, ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਸੀ ਕਿ ਤੁਸੀਂ ਕੁਝ ਕਹਾਣੀ ਸੁਣਾਓ, ਕੁਝ ਬੋਲ ਕੇ ਦੱਸੋ। ਅਤੇ ਮੈਂ ਫਿਰ ਉਹ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਕੂਲ ਦੇ ਵਿੱਚ ਹੀ। ਇਹ ਚੇਟਕ ਮੇਰੀ ਜਿਹੜੀ ਆ ਮੈਨੂੰ ਸਕੂਲ ਤੋਂ ਹੀ, ਬਚਪਨ ਤੋਂ ਹੀ, ਉਹਨਾਂ ਪਿੰਡਾਂ ਦੀਆਂ ਸੱਥਾਂ ਨੂੰ ਦੇਖ ਕੇ, ਉਹਨਾਂ ਲੋਕਾਂ ਨੂੰ ਦੇਖ ਕੇ ਨਾ, ਕਿਉਂਕਿ ਮਾਂ ਦੇ ਪੇਟ ਦੇ ਵਿੱਚ ਕੋਈ ਵੀ ਬੱਚਾ ਬਿਜ਼ਨਸਮੈਨ ਬਣ ਕੇ ਨਹੀਂ ਆਉਂਦਾ, ਕੋਈ ਕਲਾਕਾਰ ਬਣ ਕੇ ਨਹੀਂ ਆਉਂਦਾ। ਇਹ ਜਦੋਂ ਉਹ ਬੱਚਾ ਜਨਮ ਤੋਂ ਬਾਅਦ ਜਦੋਂ ਆਪਣੇ ਪੂਰੇ ਇਸ ਸੰਸਾਰ ਦੇ ਵਿੱਚ ਆਉਂਦਾ, ਜਿੱਦਾਂ ਕਿ ਤੁਹਾਡੇ ਪ੍ਰੋਗਰਾਮ ਦਾ ਨਾਮ ਬਹੁਤ ਸੋਹਣਾ ਹੈ ਕਿ ਸਫ਼ਰ-ਏ ਜ਼ਿੰਦਗੀ, ਅਤੇ ਉਹ ਇਸ ਤਰ੍ਹਾਂ ਹੀ ਮੇਰੀ ਜ਼ਿੰਦਗੀ ਦਾ ਸਫ਼ਰ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਮੈਂ ਐਕਟਿੰਗ ਜਗਤ ਦੇ ਵਿੱਚ ਕਿਵੇਂ ਪੈਰ ਰੱਖ ਲਿਆ, ਇਹ ਮੈਨੂੰ ਪਤਾ ਹੀ ਨਹੀਂ ਲੱਗਿਆ।
ਉਸ ਤੋਂ ਬਾਅਦ ਜਦੋਂ ਮੈਂ ਹੌਲੀ ਹੌਲੀ ਆਪਣੀ ਸਕੂਲਿੰਗ ਕੀਤੀ, ਸਕੂਲ ਦੇ ਵਿੱਚ ਵੀ ਮੈਨੂੰ ਮੌਕਾ ਮਿਲਦਾ ਰਿਹਾ ਕਦੀ ਗਿੱਧਾ ਕਰਨ ਦਾ, ਡਾਂਸ ਕਰਨ ਦਾ, ਸਿੰਗਿੰਗ ਕਰਨ ਦਾ, ਨਾਟਕ ਕਰਨ ਦਾ ਅਤੇ ਕਹਾਣੀ ਲਿਖਣ ਦਾ, ਬੋਲਣ ਦਾ। ਅਤੇ ਲੋਕਾਂ ਨੇ ਜਦੋਂ ਮੈਨੂੰ ਐਪਰੀਸ਼ੀਏਟ ਕੀਤਾ ਨਾ, ਅਤੇ ਮੈਨੂੰ ਲੱਗਿਆ ਕਿ ਇਹ ਬੜੀ ਵਧੀਆ ਚੀਜ਼ ਹੈਗੀ ਆ। ਰਮੇਸ਼ ਜੀ, ਉਹਨਾਂ ਦਿਨਾਂ ਦੇ ਵਿੱਚ ਮੀਡੀਆ ਦਾ ਇੰਨਾ ਜ਼ਿਆਦਾ ਭਰਮਾਰ ਨਹੀਂ ਸੀ, ਇੰਨੀ ਜ਼ਿਆਦਾ ਨਹੀਂ ਸੀ ਉਸ ਟਾਈਮ 'ਤੇ ਮੀਡੀਆ ਹਾਈਲਾਈਟ ਨਹੀਂ ਸੀਗਾ ਅਤੇ ਮੌਕਾ ਨਹੀਂ ਸੀ ਮਿਲਦਾ ਹੁੰਦਾ। ਬਟ ਇਹ ਚੀਜ਼ਾਂ ਜਿਹੜੀਆਂ ਨਾ ਮੇਰੇ ਜੀਵਨ ਦੇ ਵਿੱਚ ਇਹ ਮੇਰਾ ਇੱਕ ਹਿੱਸਾ ਬਣ ਗਈ। ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਂ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਚੱਲਦੀ ਗਈ, ਇਹ ਮੇਰੇ ਸਕੂਲ, ਮੇਰੇ ਕਾਲਜ, ਮੇਰੇ ਘਰ ਦੇ, ਮੇਰੇ ਆਂਢੀ ਗੁਆਂਢੀ, ਇਹ ਮੇਰੇ ਸਫ਼ਰ ਦੇ, ਇਹ ਜ਼ਿੰਦਗੀ ਦੇ ਸਫ਼ਰ ਦੇ ਮੇਰੇ ਯਾਤਰੀ ਬਣਦੇ ਗਏ, ਮੇਰੀ ਆਡੀਅנס ਬਣਦੀ ਗਈ, ਮੇਰੇ ਦਰਸ਼ਕ ਬਣਦੇ ਗਏ। ਅਤੇ ਮੈਂ ਆਪਣਾ ਜਿਹੜਾ ਪ੍ਰੋਫੈਸ਼ਨਲ ਤੌਰ ਦੇ ਉੱਤੇ ਜਦੋਂ ਅੰਮ੍ਰਿਤਸਰ ਦੇ ਵਿੱਚ, ਜਿਵੇਂ ਮੈਂ ਕਿ ਤੁਹਾਨੂੰ ਦੱਸਿਆ ਕਿ ਡੈਡੀ ਪੁਲਿਸ ਦੀ ਵਿੱਚ ਹੋਣ ਕਰਕੇ ਉਹਨਾਂ ਦੀ ਬਦਲੀ ਹੁੰਦੀ ਰਹਿੰਦੀ ਸੀ। ਫਿਰ ਜਦੋਂ ਮੈਂ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਲੈਵਲ ਦੇ ਉੱਤੇ ਮੈਂ ਪਰਫੋਰਮ ਕਰਦੀ ਰਹੀ ਹਾਂ ਲਗਾਤਾਰ। ਉੱਥੋਂ ਯੂਨੀਵਰਸਿਟੀ ਦੇ ਵਿੱਚ ਬੈਸਟ ਐਕਟਰੈਸ, ਮੋਨੋ ਐਕਟਿੰਗ, ਹਿਸਟ੍ਰੋਨਿਕਸ, ਪਲੇ, ਸਕਿੱਟ, ਕਵਿਤਾ, ਸਿੰਗਿੰਗ, ਹਰ ਕੰਪੀਟੀਸ਼ਨ ਜਿਹੜਾ ਹੈ ਉਹ ਮੈਂ ਜਿੱਤਦੀ ਰਹੀ ਹਾਂ, ਫਸਟ ਆਉਂਦੀ ਰਹੀ ਹਾਂ। ਔਰ ਮੈਂ ਫੇਲ ਵੀ ਹੋਈ ਹਾਂ ਔਰ ਮੈਂ ਫੇਲੀਅਰ ਵੀ ਜਿਹੜੀ ਆ ਉਹ ਕੀਤੀ ਆ। ਔਰ ਮੇਰੇ ਅਗਰ ਜਿੱਦਾਂ ਆਪਾਂ ਇਸ ਸ਼ਬਦਾਂ 'ਚ ਕਹਾਂ ਜਾਂ ਮੈਂ ਇਸ ਭਾਸ਼ਾ 'ਚ ਕਹਾਂ ਕਿ ਤੁਹਾਡੇ ਗੁਰੂ ਕੌਣ ਨੇ, ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਇਹ ਗੋਡ ਗਿਫਟ ਸੀਗਾ ਕਿ ਬਚਪਨ ਤੋਂ ਹੀ ਮੈਨੂੰ ਇਹ ਚੇਟਕ ਲੱਗ ਗਈ ਸੀ। ਪਰ ਜਿਵੇਂ ਹੁੰਦਾ ਨਾ ਕਿ ਇੱਕ ਤੁਹਾਨੂੰ ਇਸ ਜੀਵਨ ਦੇ ਇਸ ਸਫ਼ਰ ਦੇ ਵਿੱਚ, ਐਕਟਿੰਗ ਦੇ ਸਫ਼ਰ ਦੇ ਵਿੱਚ, ਜ਼ਿੰਦਗੀ ਦਾ ਸਫ਼ਰ ਤਾਂ ਵੇਖੋ ਮੇਰੇ ਨਾਨਕੇ ਪਿੰਡ ਦੇ ਨਾਲ ਸੀਗਾ, ਜ਼ਿੰਦਗੀ ਦਾ ਸਫ਼ਰ ਮੇਰੇ ਸਕੂਲ ਦੇ ਨਾਲ ਸੀਗਾ, ਜ਼ਿੰਦਗੀ ਦਾ ਸਫ਼ਰ ਮੇਰੇ ਆਂਢੀਆਂ ਗੁਆਂਢੀਆਂ ਨਾਲ ਸੀਗਾ। ਲੇਕਿਨ ਜਿਹੜਾ ਮੇਰਾ ਇਹ ਪ੍ਰੋਫੈਸ਼ਨਲ ਸਫ਼ਰ ਜਿਹੜਾ ਆ ਉਹ ਮੇਰੇ ਆਰ ਬਾਬਾ DAV ਕਾਲਜ ਦੇ ਵਿੱਚ ਮੇਰੇ ਗੁਰੂ ਸੀਗੇ, ਪਹਿਲੇ ਗੁਰੂ ਮੈਡਮ ਰਾਜ ਸ਼ਰਮਾ ਜੀ ਸੀਗੇ, ਜਿਨ੍ਹਾਂ ਨੇ ਮੈਨੂੰ ਆਵਾਜ਼ ਮਾਰੀ ਸੀਗੀ ਕਿ ਤੂੰ ਬੜੀ ਉੱਚੀ ਲੰਬੀ ਜਵਾਨ ਹੈ ਅਤੇ ਇਹ ਡਾਇਲੌਗ ਬੋਲ। ਅਤੇ ਮੈਂ ਬੋਲ ਦਿੱਤਾ ਕਿਉਂਕਿ ਮੇਰੀ ਉਹ ਆਦਤ 'ਚ ਸੀਗਾ, ਮੇਰੇ ਸੁਭਾਅ 'ਚ ਸੀਗਾ। ਉਹ ਪਿੰਡ, ਉਹ ਐਕਟਿੰਗ, ਉਹ ਬਚਪਨਾ, ਉਹ ਹਾਸੇ, ਉਹ ਠੱਠੇ, ਉਹ ਮੇਰੇ ਜੀਵਨ ਦੇ ਵਿੱਚ ਸੀਗੀ। ਅਤੇ ਮੈਂ ਬੋਲ ਕੇ ਦੱਸ ਦਿੱਤਾ ਅਤੇ ਮੈਡਮ ਨੇ ਕਿਹਾ ਕਿ ਚਲੋ ਜੀ ਤੁਸੀਂ ਹੁਣ ਨਾਟਕ ਕਰਨਾ। ਔਰ ਮੈਨੂੰ ਪਤਾ ਵੀ ਨਹੀਂ ਸੀ ਹੁੰਦਾ ਵੀ ਨਾਟਕ ਕੀ ਹੈ, ਨਾਟਕ ਕਿਹਨੂੰ ਕਹਿੰਦੇ ਆ। ਮੈਂ ਉਦੋਂ ਤੱਕ ਐਕਚੁਅਲੀ ਆਪਣੇ ਜੀਵਨ ਨੂੰ ਜੀ ਰਹੀ ਸੀ। ਅਤੇ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਮੇਰਾ ਪਹਿਲਾ ਕਦਮ ਪਟਵਾਉਣ ਵਾਲੇ, ਮੇਰੇ ਜ਼ਿੰਦਗੀ ਦੇ ਪਹਿਲੇ ਕਦਮ 'ਚ ਮੇਰਾ ਸਾਥ ਦੇਣ ਵਾਲੇ ਮੇਰੇ ਗੁਰੂ ਮੈਡਮ ਸ਼੍ਰੀ ਰਾਜ ਸ਼ਰਮਾ ਜੀ ਸੀਗੇ। ਔਰ ਰਾਜ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਸਾਡੇ ਜਦੋਂ ਨਾਟਕ ਹੋਏ ਯੂਨੀਵਰਸਿਟੀ ਲੈਵਲ ਦੇ ਉੱਤੇ, ਮੈਂ ਕੰਪੀਟੀਸ਼ਨ ਲੜੇ, ਤਾਂ ਉਦੋਂ ਅੰਮ੍ਰਿਤਸਰ ਸ਼ਹਿਰ ਦੇ, ਆਪਣੇ ਸ਼ਹਿਰ ਦੇ ਤੁਹਾਨੂੰ ਪਤਾ ਵੀ ਅੱਜ ਥੀਏਟਰ ਜਿਹੜਾ ਆ ਉਹ ਇੱਕ ਯੂਨੀਵਰਸਿਟੀ ਬਣ ਗਿਆ ਹੋਇਆ ਅੰਮ੍ਰਿਤਸਰ। ਮਨਚਪ੍ਰੀਤ ਬਹੁਤ ਹੀ ਵਧੀਆ ਡਾਇਰੈਕਟਰ ਅਤੇ ਬਹੁਤ ਹੀ ਵਧੀਆ ਕਲਾਕਾਰ, ਉਹ ਮੇਰੀ ਜ਼ਿੰਦਗੀ ਦੇ ਵਿੱਚ ਆਏ। ਮੇਰੇ ਕਾਲਜ ਆਰ ਬਾਬਾ DAV ਕਾਲਜ ਦੇ ਵਿੱਚ ਮੈਡਮ ਰਾਜ ਸ਼ਰਮਾ ਜੀ ਨੇ ਉਹਨਾਂ ਨੂੰ ਹਾਇਰ ਕੀਤਾ। ਅਤੇ ਜਿਹੜੀ ਐਕਟਿੰਗ ਦੇ ਜਿਹੜੇ ਟੈਕਨੀਕਲ ਪੁਆਇੰਟਸ ਨੇ, ਜਿਹੜੇ ਕਿੱਦਾਂ ਤੁਸੀਂ ਬੇਸ 'ਚੋਂ ਬੋਲਣਾ ਆ, ਕਿਸ ਤਰ੍ਹਾਂ ਤੁਸੀਂ ਨੈਚੁਰਲ ਹੋਣਾ ਆ, ਕੁਛ ਚੀਜ਼ਾਂ ਟੈਕਨੀਕਲ ਹੁੰਦੀਆਂ ਨਾ, ਕਿ ਜਿੱਦਾਂ ਸਾਨੂੰ ਪਤਾ ਤਾਂ ਹੁੰਦਾ ਹੀ ਆ ਕਿ ਕਿਹੜੀ ਚੀਜ਼ ਅਸੀਂ, ਜਿੱਦਾਂ ਗੱਡੀ ਅਸੀਂ ਕਿਸੇ ਨੂੰ ਦੇਖ ਕੇ ਤਾਂ ਪਤਾ ਲੱਗ ਜਾਂਦਾ ਕਿ ਡਰਾਈਵਿੰਗ ਬੜੀ ਸੌਖੀ ਆ, ਪਰ ਜਦੋਂ ਤੁਸੀਂ ਸਿੱਖਣ ਜਾਂਦੇ ਹੋ ਨਾ ਤਾਂ ਤੁਹਾਨੂੰ ਦੱਸਦੇ ਵੀ ਕਲੱਚ, ਗੇਅਰ, ਬ੍ਰੇਕ ਕਿੱਦਾਂ ਕਰਨੀ। ਉਸੇ ਤਰ੍ਹਾਂ ਮੈਨੂੰ ਐਕਟਿੰਗ ਦੀ ਜਿਹੜੀ ਟੈਕਨੀਕਲ ਪੁਆਇੰਟਸ ਨੇ ਉਹ ਮੈਨੂੰ ਮਨਚਪ੍ਰੀਤ ਜੀ, ਡਾਇਰੈਕਟਰ ਮਨਚਪ੍ਰੀਤ ਜੀ ਨੇ ਦੱਸੇ। ਫਿਰ ਹੌਲੀ ਹੌਲੀ ਅੱਖ ਜਿਹੜੀ ਹੈ ਉਹ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਜੀ ਦੀ ਅੱਖ ਜਿਹੜੀ ਉਹ ਮੇਰੇ 'ਤੇ ਪਈ। ਔਰ ਉਹਨਾਂ ਦੀ ਰਹਿਨੁਮਾਈ ਦੇ ਵਿੱਚ, ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਮੈਂ ਕਾਫੀ ਪਲੇ ਕੀਤੇ। ਮਨਚਪ੍ਰੀਤ ਜੀ ਦੀ ਡਾਇਰੈਕਸ਼ਨ ਦੇ ਵਿੱਚ ਮੈਂ ਬਹੁਤ ਵਧੀਆ ਪਲੇ ਸੀ, ਬਹੁਤ ਵੱਡਾ ਪਲੇ ਸੀ ਬਾਬਾ ਬੰਤੂ, ਜਿੱਥੋਂ ਮੇਰੀ ਪਹਿਚਾਣ ਜਿਹੜੀ ਆ ਨਾ ਉਹ ਖੇਤਰ ਜਗਤ ਵਿੱਚ ਐਜ਼ ਏ ਪ੍ਰੋਫੈਸ਼ਨਲ ਹੋ ਗਈ। ਕੇਵਲ ਧਾਲੀਵਾਲ ਜੀ ਦੇ ਨਾਲ ਮੈਂ ਬਹੁਤ ਵਧੀਆ ਮੇਨ ਲੀਡ ਦੇ ਉੱਤੇ ਮੈਂ ਨਾਟਕ ਕੀਤੇ। ਉਹਨਾਂ ਦਾ ਪ੍ਰਸਿੱਧ ਨਾਟਕ ਲੂਣਾ, ਬਲ ਦੇ ਟਿੱਬੇ, ਸਾਵੀ, ਜਿੱਦਾਂ ਜਗਦੀਸ਼ ਸਚਦੇਵਾ ਸਰ ਜੀ ਨੇ ਸਾਡੇ ਨਾਟਕਕਾਰ, ਬਹੁਤ ਸੁਪ੍ਰਸਿੱਧ ਨਾਟਕਕਾਰ ਨੇ, ਲੇਖਕ ਨੇ। ਮੈਂ ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਸਾਵੀ ਨਾਟਕ ਖੇਡਿਆ। ਇਹਨਾਂ ਸਾਰੇ ਪ੍ਰਸਿੱਧ ਨਾਟਕਕਾਰਾਂ ਦੇ ਵਿੱਚੋਂ ਮੁਕੇਸ਼ ਕੁੰਦਰਾ ਜੀ ਜਿਹੜੇ ਨੇ ਮੇਰੇ ਸਭ ਤੋਂ ਫੇਵਰੇਟ ਨਾਟਕਕਾਰ ਰਹੇ ਨੇ। ਮੈਂ ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਨਾਟਕ ਕੀਤਾ ਸੀ ਤਿੜਕੀ ਕੰਧ ਦੀ ਛਾਵੇਂ।
ਔਰ ਮੇਰੇ ਨਿੱਜੀ ਜ਼ਿੰਦਗੀ ਦੇ ਵੀ ਬੜਾ ਉਹ ਕਲੋਜ਼ ਰਿਹਾ ਔਰ ਮੈਨੂੰ ਬੜਾ ਮੇਰਾ ਫੇਵਰੇਟ ਪਲੇ ਆ। ਔਰ ਜਦੋਂ ਮੈਂ ਉਹ ਪਲੇ ਕੀਤਾ ਸੀ ਨਾ, ਉਸ ਪਲੇ ਦੇ ਵਿੱਚ ਵੀ ਮੈਨੂੰ ਮੁਕੇਸ਼ ਕੁੰਦਰਾ ਜੀ ਦੇ ਕੋਲੋਂ ਕਿਉਂਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸੀ ਜਿਹੜੀਆਂ ਪ੍ਰੋਫੈਸ਼ਨਲ ਮੇਰੇ ਕੰਮ ਆਈਆਂ ਔਰ ਇਹ ਉਹਨਾਂ ਦੀ ਡਾਇਰੈਕਸ਼ਨ ਨੇ ਮੈਨੂੰ ਜਿਹੜਾ ਆ ਨਾ ਉਹ ਹੋਰ ਮੇਰੀ ਐਕਟਿੰਗ ਦੇ ਵਿੱਚ ਨਿਖਾਰ ਲਿਆਂਦਾ। ਉਹਨਾਂ ਦਾ ਇੱਕ ਨਾਟਕ ਮੈਂ ਕੀਤਾ ਸੀ ਕਿਰਾਏਦਾਰ, ਔਰ ਉਹ ਨਾਟਕ ਦੇ ਵਿੱਚ ਮੈਂ ਉਹਨਾਂ 'ਚੋਂ ਕਾਮਿਕ ਟਾਈਮਿੰਗ ਤੇ ਬੇਸ ਕਿਵੇਂ ਸਟਲ ਆਪਣੇ ਐਕਸਪ੍ਰੈਸ਼ਨਸ ਦੇਣੇ ਨੇ, ਮਤਲਬ ਉਹ ਤਾਂ ਇੱਕ ਮੇਰੇ ਹਿਸਾਬ ਨਾਲ ਬਾਲੀਵੁੱਡ ਦੇ ਇੱਕ ਡਾਇਰੈਕਟਰ ਟਾਈਪ ਬੰਦੇ ਨੇ। ਔਰ ਮੈਂ ਅੱਗੇ ਵੀ ਉਹਨਾਂ ਦੇ ਨਾਲ ਕੰਮ ਕਰਨ ਦੀ ਹਮੇਸ਼ਾ ਉਹਨਾਂ ਦਾ ਮੈਨੂੰ ਕਾਲ ਆਉਂਦਾ ਰਹਿੰਦਾ ਅਤੇ ਮੈਂ ਕਹਿੰਦੀ ਰਹਿੰਦੀ ਹੁੰਦੀ ਕਿ ਸਰ ਜਲਦੀ ਤੋਂ ਜਲਦੀ ਤੁਸੀਂ ਦੁਬਾਰਾ ਫਿਰ ਉਹਨਾਂ ਦੇ 3-4 ਨਾਟਕ ਨੇ ਜਿਹੜੇ ਮੇਰਾ ਡਰੀਮ ਹੈਗਾ ਕਿ ਮੈਂ ਉਹ ਪ੍ਰੋਜੈਕਟ ਉਹਨਾਂ ਦੇ ਕਰਾਂ। ਅਤੇ ਉਸ ਨਾਟਕ ਤੋਂ ਵੀ ਮੈਨੂੰ ਬੜੀ ਪ੍ਰਸਿੱਧੀ ਮਿਲੀ। ਔਰ ਰਮੇਸ਼ ਜੀ, ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਉਹਦੇ ਵਿੱਚ ਇੱਕ ਕਿਰਦਾਰ ਸੀ ਪੁਸ਼ਪਾ ਦਾ ਕਿਰਦਾਰ, ਔਰ ਉਹ ਪੁਸ਼ਪਾ ਮੈਂ ਇੰਨਾ ਜ਼ਿੰਦਾ ਕਰ ਦਿੱਤੀ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਮੇਰੇ ਨਾਟਕ ਦੀ ਪੁਸ਼ਪਾ ਹੀ ਰਾਜਵੀਰ ਕੌਰ ਆ। ਬਹੁਤ ਸਾਰੇ ਹੋਰ ਬੜੀਆਂ ਮਹਾਨ ਸ਼ਖਸੀਅਤਾਂ ਨੇ ਉਸ ਰੋਲ ਨੂੰ ਨਿਭਾਇਆ, ਬਟ ਉਹ ਪੁਸ਼ਪਾ ਜਿਹੜੀ ਸੀ ਨਾ ਉਹ ਰਾਜਵੀਰ ਪੁਸ਼ਪਾ ਸੀ ਅਤੇ ਪੁਸ਼ਪਾ ਹੀ ਰਾਜਵੀਰ ਬਣ ਗਈ। ਅਤੇ ਉਹਨੇ ਵੀ ਮੇਰੇ ਜੀਵਨ ਦੇ ਵਿੱਚ ਇੱਕ ਬਹੁਤ ਹੀ ਮੇਰੀ ਐਕਟਿੰਗ ਖੇਤਰ ਦੇ ਵਿੱਚ ਬਹੁਤ ਨਿਖਾਰ ਲਿਆਂਦਾ। ਰਾਮਪੁਰਾ ਜੀ, ਦਰਸ਼ਕਾਂ ਨੇ ਸੁਣਿਆ ਸਾਡੇ ਅੰਮ੍ਰਿਤਸਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਜਿਨ੍ਹਾਂ ਦੇ ਨਾਮ ਲਏ ਆ, ਉਹਨਾਂ ਦੇ ਵਿੱਚੋਂ ਮੈਂ ਬੋਲਾਂ ਤੇ ਜਗਦੀਸ਼ ਸਚਦੇਵਾ ਜੀ, ਜਿਨ੍ਹਾਂ ਦਾ ਸਾਵੀ ਨਾਟਕ ਜਿਹੜਾ ਵਾ ਉਹ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਵਾ ਔਰ ਬੜੀ ਹੀ ਪ੍ਰਸਿੱਧ ਸ਼ਖਸੀਅਤ ਆ ਜਗਦੀਸ਼ ਸਚਦੇਵਾ ਜੀ। ਉਹਦੇ ਨਾਲ ਹੀ ਕੇਵਲ ਧਾਲੀਵਾਲ ਜੀ ਜੋ ਸ਼੍ਰੋਮਣੀ ਨਾਟਕਕਾਰ ਨੇ, ਉਹਨਾਂ ਦਾ ਵੀ ਸਭ ਨੂੰ ਪਤਾ ਵਾ। ਕੋਈ ਜ਼ਿਆਦਾ ਲੰਮੀਆਂ ਲਾਈਨਾਂ ਬੋਲਾਂਗਾ ਤਾਂ ਬਹੁਤ ਲੰਮਾ ਹੋ ਜਾਏਗਾ। ਅਤੇ ਇਸੇ ਤਰ੍ਹਾਂ ਹੀ ਮੁਕੇਸ਼ ਕੁੰਦਰਾ ਜੀ, ਜਿਨ੍ਹਾਂ ਨੂੰ ਮੈਂ ਨਤਮਸਤਕ ਹੁੰਦਾ ਵਾਂ, ਬਹੁਤ ਜ਼ਿਆਦਾ ਨਤਮਸਤਕ ਹੁੰਦਾ ਵਾਂ। ਬੜਾ ਪਿਆਰ ਮਿਲਦਾ ਮੈਨੂੰ ਉਹਨਾਂ ਕੋਲ ਹਰ ਵਾਰੀ। ਮੈਨੂੰ ਤੇ ਨਵਦੀਪ ਨੂੰ ਝੋਲੀਆਂ ਭਰ ਕੇ ਪਿਆਰ ਦਿੰਦੇ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਅਸੀਂ ਅੱਗੇ ਵੱਧ ਰਹੇ ਹਾਂ। ਅਤੇ ਨਾਲ ਹੀ ਮੰਚਪ੍ਰੀਤ ਦਾ ਜਿਹੜਾ ਨਾਂ ਲਿਆ ਵਾ, ਮੰਚਪ੍ਰੀਤ ਮੇਰਾ ਨਿੱਘਾ ਦੋਸਤ ਆ ਔਰ ਮੈਨੂੰ ਯਾਦ ਹੈ ਕਿ ਜਿਹੜਾ ਬਾਬਾ ਬੰਤੂ ਨਾਟਕ ਆ ਮੈਂ ਘੱਟ ਤੋਂ ਘੱਟ ਵੀ ਤੇ 6 ਤੋਂ 7 ਵਾਰੀ ਵੇਖਿਆ ਔਰ ਹਰ ਵਾਰੀ ਵੇਖਣਾ ਚਾਹੁੰਦਾ ਵਾਂ ਬਾਬਾ ਬੰਤੂ ਨੂੰ। ਮੈਨੂੰ ਯਾਦ ਆ ਪਿਛਲੇ ਸਾਲ ਦੀ ਗੱਲ ਆ ਕਰੋਨਾ ਤੋਂ ਪਹਿਲਾਂ ਦੀ, ਕਿ ਮੰਚਪ੍ਰੀਤ ਦਾ ਆਪਰੇਸ਼ਨ ਹੋਇਆ, ਪੇਟ ਦੇ ਉੱਤੇ ਪੱਟੀਆਂ ਹੀ ਪੱਟੀਆਂ, ਅਤੇ ਨਾਟਕ ਖੇਡਣਾ ਹੀ ਬਾਬਾ ਬੰਤੂ। ਮੈਂ ਪੰਜਾਬ ਨਾਟਸ਼ਾਲਾ ਗਿਆ, ਉੱਥੇ ਸਾਰੀ ਟੀਮ ਨੂੰ ਮਿਲਿਆ ਔਰ ਮੈਨੂੰ ਮੰਚਪ੍ਰੀਤ ਜੀ ਕਹਿੰਦੇ ਰਮੇਸ਼, ਮੈਨੂੰ ਲੱਗਦਾ ਕਿ ਇਹ ਜਿਹੜਾ ਬਾਬਾ ਬੰਤੂ ਨਾਟਕ ਹੈ ਹੁਣ ਮੇਰੇ ਕੋਲ ਅੱਗੇ ਤੋਂ ਨਹੀਂ ਖੇਡਿਆ ਜਾਇਆ ਕਰਨਾ, ਮੇਰੇ 'ਚ ਵਾਹ ਨਹੀਂ ਰਹੀ। ਅਤੇ ਮੈਂ ਆਖਿਆ ਨਹੀਂ ਭਾਜੀ, ਬਾਬਾ ਬੰਤੂ ਸ਼ਾਹਕਾਰ ਨਾਟਕ ਆ, ਇਹ ਤੁਸੀਂ ਖੇਡੋਗੇ ਹਮੇਸ਼ਾ। ਔਰ ਉਸ ਦਿਨ ਵੀ ਪੱਟੀਆਂ ਵੱਜੀਆਂ ਹੋਣ ਦੇ ਬਾਵਜੂਦ ਜਿਹੜਾ ਬਾਬਾ ਬੰਤੂ ਦਾ ਕਿਰਦਾਰ ਕਰ ਗਏ ਆ ਮੰਚਪ੍ਰੀਤ ਜੀ, ਮੈਂ ਨਤਮਸਤਕ ਆ ਇਹੋ ਜਿਹੇ ਅਦਾਕਾਰਾਂ ਨੂੰ, ਇਹੋ ਜਿਹੇ ਡਾਇਰੈਕਟਰਾਂ ਨੂੰ। ਤੁਹਾਡੀ ਗੱਲ ਕੱਟ ਰਹੀ ਹਾਂ ਇਹਦੇ 'ਚ। ਮੈਨੂੰ ਬਾਬਾ ਬੰਤੂ ਨਾਟਕ ਤੇ ਮੇਰੇ ਡਾਇਰੈਕਟਰ ਗੁਰੂ ਮੰਚਪ੍ਰੀਤ ਜੀ ਦੀ ਇੱਕ ਘਟਨਾ ਯਾਦ ਆਉਂਦੀ ਹੈ ਔਰ ਇਹ ਸੁਣ ਕੇ ਦਰਸ਼ਕ ਬਹੁਤ ਖੁਸ਼ ਹੋਣਗੇ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਸਾਂਝਾ ਕਰਨਾ ਚਾਹੁੰਦੀ ਹਾਂ ਰਮੇਸ਼ ਜੀ, ਗੁਗਲੀ ਐਂਟਰਟੇਨਮੈਂਟ ਦੇ ਰਾਹੀਂ, ਕਿ ਅੱਜ ਤੋਂ 1997-98 ਦੀ ਗੱਲ ਆ। ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ ਮੰਚਪ੍ਰੀਤ ਸਰ ਮੇਰੀ ਜ਼ਿੰਦਗੀ ਦੇ ਵਿੱਚ ਐਜ਼ ਏ ਡਾਇਰੈਕਟਰ ਬਣ ਕੇ ਆਏ, ਜਿੱਥੋਂ ਮੈਂ ਛੋਟੀਆਂ ਐਕਟਿੰਗ ਦੀਆਂ ਟੈਕਨੀਕ ਸਿੱਖੀਆਂ। ਉਸ ਟਾਈਮ 'ਤੇ ਉਹ ਮੇਰੇ ਡਾਇਰੈਕਟਰ ਸੀਗੇ। ਉਹ ਪਲੇ ਮੈਨੂੰ ਕਰਾ ਰਹੇ ਸੀਗੇ ਔਰ ਬਹੁਤ ਵਧੀਆ ਪਲੇ ਸੀਗਾ। ਉਸ ਪਲੇ ਦੇ ਵਿੱਚ ਮੈਂ ਮੇਨ ਲੀਡ ਦੇ ਉੱਤੇ ਕਰ ਰਹੀ ਸੀਗੀ ਔਰ ਮੇਰੇ ਕੋਲੋਂ ਉਹ ਨਾਟਕ ਹੋ ਨਹੀਂ ਪਾ ਰਿਹਾ ਸੀ। ਮੈਂ ਉਹਨਾਂ ਦੀ ਜੋ ਕਰੈਕਟਰ ਮੇਰੇ ਤੋਂ ਕਰਵਾਉਣਾ ਚਾਹੁੰਦੇ ਸੀ, ਸ਼ਾਇਦ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਕੁਝ ਟੈਕਨੀਕਸ ਨਹੀਂ ਸੀ ਮੈਨੂੰ ਆਉਂਦੀਆਂ, ਤਾਂ ਉਹ ਮੰਚਪ੍ਰੀਤ ਸਰ ਨੇ ਮੈਨੂੰ ਸਿਖਾਈਆਂ। ਜਦੋਂ ਮੈਨੂੰ ਮੰਚਪ੍ਰੀਤ ਜੀ ਦੀ ਹੀ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਕਿ ਇੰਨੇ ਉਮਦਾ ਕਲਾਕਾਰ, ਇੰਨੇ ਵਧੀਆ ਗ੍ਰੇਟ ਉਹ ਡਾਇਰੈਕਟਰ, ਕਿ ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਨੇ ਪੱਟੀਆਂ ਬੰਨੀਆਂ ਹੋਈਆਂ ਸੀ ਬਾਬਾ ਬੰਤੂ ਨਾਟਕ ਦੇ ਵਿੱਚ, ਤਾਂ ਵੀ ਉਹਨਾਂ ਨੇ ਨਾਟਕ ਨੂੰ ਡਾਇਰੈਕਟ ਕੀਤਾ। ਮੈਂ ਤੁਹਾਨੂੰ ਦੱਸਾਂ ਵੀ ਜਦੋਂ ਉਹ ਮੈਨੂੰ ਐਕਟਿੰਗ ਕਰਵਾ ਰਹੇ ਸੀ ਅਤੇ ਸਾਡਾ ਉੱਧਰੋਂ ਯੂਨੀਵਰਸਿਟੀ ਦੇ ਵਿੱਚ ਪਲੇ ਜਿਹੜੇ ਸੀ ਨਾ ਉਹ ਡੇਟਸ ਆ ਗਈਆਂ ਹੋਈਆਂ ਸੀਗੀਆਂ ਤਾਂ ਫਾਈਨਲ ਚੱਲ ਰਹੀ ਸੀ ਰਿਹਰਸਲ। ਫਾਈਨਲ ਰਿਹਰਸਲ ਦੇ ਵਿੱਚ ਉਹ ਮੇਰੇ ਤੋਂ ਸੈਟਿਸਫਾਈਡ ਨਹੀਂ ਸੀ ਹੋ ਰਿਹਾ ਕਿ ਰਾਜਵੀਰ ਨਹੀਂ, ਮੈਨੂੰ ਉਹ ਚਾਹੀਦੀ ਆ, ਉਹ ਕਰੈਕਟਰ ਚਾਹੀਦਾ, ਮੈਨੂੰ ਰਾਜਵੀਰ ਨਹੀਂ ਚਾਹੀਦੀ, ਮੈਨੂੰ ਉਹ ਕਰੈਕਟਰ ਚਾਹੀਦਾ। ਮੇਰਾ ਵਿਲਨ ਦਾ ਕਰੈਕਟਰ ਸੀ, ਬਹੁਤ ਜ਼ਬਰਦਸਤ ਕਰੈਕਟਰ ਸੀਗਾ, ਉਹ ਮੇਰੇ ਕੋਲ ਹੋ ਨਹੀਂ ਸੀ ਪਾ ਰਿਹਾ। ਮੈਨੂੰ ਬਾਰ-ਬਾਰ ਦੱਸ ਰਹੇ ਸੀ ਕਿ ਤੂੰ ਕਰ। ਅਤੇ ਮੰਚਪ੍ਰੀਤ ਜੀ ਨਾ ਇੱਕਦਮ ਨਿਰਾਸ਼ ਹੋ ਗਏ। ਉਹ ਨਿਰਾਸ਼ ਹੋ ਕੇ ਕਹਿੰਦੇ ਨਹੀਂ ਰਾਜਵੀਰ, ਮੈਨੂੰ ਪਤਾ ਤੇਰੇ ਵਿੱਚ ਉਹ ਕੈਲੇਬਿਲਿਟੀ ਹੈਗੀ ਆ, ਤੇਰੇ 'ਚ ਉਹ ਲੈਵਲ ਹੈਗਾ, ਤੂੰ ਕਰ ਨਹੀਂ ਪਾ ਰਹੀ।
ਮੈਂ ਉਦੋਂ ਥੋੜ੍ਹਾ ਇੰਨਾ ਜ਼ਿਆਦਾ ਨਹੀਂ ਸੀ ਮੈਂ ਨਹੀਂ ਸੀ ਇੰਨੀ ਜ਼ਿਆਦਾ ਕੌਨਸ਼ੀਅਸ ਨਹੀਂ ਸੀ ਹੈਗੀ ਇਹਦੇ ਬਾਰੇ। ਵਾਪਸ ਚਲੇ ਗਏ ਸਰ, ਅੰਮ੍ਰਿਤਸਰ ਦੇ ਵਿੱਚ ਆਪਣੀ ਗੱਡੀ 'ਚ ਬੈਠ ਕੇ, ਬੱਸ 'ਚ ਬੈਠ ਕੇ ਘਰ ਚਲੇ ਗਏ। ਤੁਸੀਂ ਮੰਨੋਗੇ ਰਸਤੇ 'ਚ ਜੈਂਤੀਪੁਰ ਤੋਂ ਵਾਪਸ ਆ ਗਏ। ਵਾਪਸ ਆ ਕੇ ਉਹਨਾਂ ਨੇ ਇੱਕ ਸੀਨ ਕ੍ਰੀਏਟ ਕੀਤਾ। ਮੈਨੂੰ ਕਹਿੰਦੇ ਰਾਜਵੀਰ ਇਹ ਸੀਨ ਤੂੰ ਕਰੇਂਗੀ। ਉਹ ਫਾਂਸੀ ਦਾ ਸੀਨ ਸੀਗਾ। ਔਰ ਮੈਂ ਹੁਣ ਕਿਉਂਕਿ ਜ਼ਿਆਦਾ ਸਮਾਂ ਹੋ ਜਾਊਗਾ ਉਸ ਚੀਜ਼ ਨੂੰ ਮੈਂ ਡਿਸਕ੍ਰਿਪਟ ਕਰ ਦਿਆਂ। ਉਹ ਫਾਂਸੀ ਦਾ ਇੱਕ ਸੀਨ ਸੀਗਾ ਜਿਹਦੇ ਵਿੱਚ ਮੇਰੀਆਂ ਬੇਟੀਆਂ ਸੀਗੀਆਂ 3 ਜਿਨ੍ਹਾਂ ਨੇ ਫਾਂਸੀ ਲੈਣੀ ਸੀ, ਅਤੇ ਮੈਂ ਇੱਕ ਡਾਇਲੌਗ ਬੋਲਣਾ ਸੀ। ਮੈਨੂੰ ਸਿਰਫ ਉਹ ਡਾਇਲੌਗ ਹੀ ਬੋਲਣਾ ਨਹੀਂ ਸੀ ਆਉਂਦਾ, ਮੈਨੂੰ ਉਹ ਫਾਦਰ ਨਹੀਂ ਸੀ ਬਣਨਾ ਆਉਂਦਾ, ਮੈਨੂੰ ਉਹ ਵਿਲਨ ਦਾ ਰੋਲ ਨਹੀਂ ਸੀ ਕਰਨਾ ਆ ਰਿਹਾ। ਮਨਚਪ੍ਰੀਤ ਜੀ ਨਿਰਾਸ਼ ਹੋ ਕੇ ਅੰਮ੍ਰਿਤਸਰ ਚਲੇ ਗਏ। ਸਾਨੂੰ ਲੱਗਾ ਕਿ ਉਹ ਅੰਮ੍ਰਿਤਸਰ ਚਲੇ ਗਏ ਨੇ, ਪਲੇ ਬੰਦ ਹੋ ਗਿਆ, ਰਿਹਰਸਲ ਬੰਦ ਹੋ ਗਈ। ਲੇਕਿਨ ਉਹ ਬੱਸ ਦੇ ਵਿੱਚ ਬੈਠਿਆਂ ਉਹਨਾਂ ਨੇ ਪਤਾ ਨਹੀਂ ਕੀ ਸੋਚਿਆ ਮੇਰੇ ਬਾਰੇ। ਜੈਂਤੀਪੁਰ ਦੇ ਵਿੱਚ ਹੀ ਉਹ ਰੁਕ ਗਏ। ਉੱਥੋਂ ਵਾਪਸ ਬੱਸ ਫੜੀ, ਬਟਾਲੇ ਆਏ ਅਤੇ ਕਹਿੰਦੇ ਸਾਰੇ ਜਣੇ ਰਿਹਰਸਲ ਦੇ ਉੱਤੇ ਆ ਜਾਓ। ਬਸ ਉਹਨਾਂ ਨੇ ਫਿਰ ਮੈਨੂੰ ਦੇਖਿਆ ਔਰ ਮੈਨੂੰ ਕਹਿੰਦੇ ਮੈਂ ਜੋ ਤੈਨੂੰ ਕਹਿ ਰਿਹਾ ਨਾ ਤੂੰ ਉਹਦੇ ਵਿੱਚ ਹੀ ਜਾਣਾ। ਪਤਾ ਨਹੀਂ ਕੀ ਸੀਗਾ ਉਹਨਾਂ ਦੇ ਵਿੱਚ, ਕਿਹੜਾ ਰੂਪ ਅਖਤਿਆਰ ਕਰਕੇ ਆਏ ਸੀਗੇ ਕਿ ਉਹਨਾਂ ਨੂੰ ਜਦੋਂ ਉਹਨਾਂ ਨੇ ਮੈਨੂੰ ਉਹ ਐਕਟਿੰਗ ਦੱਸੀ, ਉਹ ਡਾਇਰੈਕਸ਼ਨ ਦਿੱਤੀ ਔਰ ਮੈਂ ਕੀਤੀ, ਉਹਨਾਂ ਨੇ ਰੋ ਕੇ ਮੈਨੂੰ ਗਲ ਨਾਲ ਲਾ ਲਿਆ ਵੀ ਤੂੰ ਮੇਰੀ ਐਕਟਰ ਆ। ਅਤੇ ਮੈਂ ਕਿਹਾ ਨਹੀਂ, ਮੈਂ ਤੁਹਾਡੀ ਐਕਟਰ ਨਹੀਂ, ਤੁਸੀਂ ਮੇਰੇ ਗੁਰੂ। ਔਰ ਉਸ ਦਿਨ ਤੋਂ ਬਾਅਦ ਮਨਚਪ੍ਰੀਤ ਜੀ ਮੇਰੇ ਗੁਰੂ ਦੇ ਕਾਬਿਲ ਜੀ। ਅੱਜ ਮੈਨੂੰ ਲੋਕ ਕਹਿੰਦੇ ਨਾ ਕਿ ਰਾਜਵੀਰ, ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਰਾਜਵੀਰ ਵਰਗੀ ਐਕਟਿੰਗ ਕਰੋ, ਰਾਜਵੀਰ ਵਾਂਗੂ ਕਰੋ। ਜੇ ਅੱਜ ਮੈਨੂੰ ਲੋਕ ਕਹਿੰਦੇ ਨਾ ਕਿ ਰਾਜਵੀਰ ਤੂੰ ਬਹੁਤ ਵਧੀਆ ਐਕਟਿੰਗ ਕਰਦੀ, ਬੜੀ ਨੈਚੁਰਲ ਐਕਟਿੰਗ ਕਰਦੀ ਆ, ਤਾਂ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਨਾ ਉਹ ਡਾਇਰੈਕਟਰ ਮਨਚਪ੍ਰੀਤ ਸਰ ਦਾ ਆ, ਕਿ ਜਿਨ੍ਹਾਂ ਨੇ ਮੇਰੇ ਲਈ ਉਸ ਰਸਤੇ 'ਚੋਂ ਬੱਸ ਫੜੀ ਅਤੇ ਵਾਪਸ ਆ ਕੇ ਮੈਨੂੰ ਕਿਹਾ ਕਿ ਸਟੇਜ 'ਤੇ ਆ ਜਾ, ਮੈਂ ਜੋ ਕਹਿਣਾ ਜਿੱਦਾਂ ਕਹਿਣਾ ਮੈਂ ਸੀਨ ਕ੍ਰੀਏਟ ਕੀਤਾ ਤੂੰ ਉੱਦਾਂ ਹੀ ਕਰ। ਸੋ ਹੈਟਸ ਆਫ ਮਨਚਪ੍ਰੀਤ ਸਰ ਕਿ ਮੈਂ ਅੱਜ ਰਾਜਵੀਰ ਅਗਰਾ ਜਿਸ ਮੁਕਾਮ 'ਤੇ ਬੈਠੀ ਅੱਜ ਇੱਕ ਜਰਨਲਿਸਟ ਨੂੰ, ਗੂਗਲੀ ਐਂਟਰਟੇਨਮੈਂਟ ਨੂੰ ਆਪਣਾ ਇੰਟਰਵਿਊ ਦੇ ਰਹੀ ਹੈ ਨਾ, ਇਹ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ। ਔਰ ਤੁਹਾਡਾ ਨਾਮ ਲੈਣਾ ਹੀ ਮੈਨੂੰ ਇੱਕ ਪੂਰਨ ਇੱਕ ਸ਼ਖਸੀਅਤ ਦੇ ਤੌਰ 'ਤੇ ਸਥਾਪਿਤ ਕਰਦਾ। ਥੈਂਕ ਯੂ ਸੋ ਮਚ ਮਨਚਪ੍ਰੀਤ ਸਰ। ਇਹ ਹੁੰਦੀ ਆ ਗੱਲ, ਜਿੰਨਾ ਕੋ ਗਿਆਨ ਲਿਆ ਹੋਵੇ ਉਮਰ ਭਰ ਯਾਦ ਰਹਿੰਦਾ ਵਾ। ਅਤੇ ਮੇਰਾ ਖਿਆਲ ਆ ਕਿ ਬਹੁਤ ਜ਼ਿਆਦਾ ਲੋਕ ਅਕਿਰਤਕਾਣੂ ਹੋ ਜਾਂਦੇ ਆ, ਪਰ ਰਾਜਵੀਰ ਮੈਮ ਵਰਗੇ ਜਿਹੜੇ ਨੇ ਆਪਣੇ ਗੁਰੂਆਂ ਨੂੰ, ਆਪਣੇ ਉਹਨਾਂ ਆਦਰਸ਼ਾਂ ਨੂੰ ਭੁੱਲਦੇ ਨਹੀਂ ਆ ਜਿਹੜੇ ਇਹਨਾਂ ਨੂੰ ਬਚਪਨ 'ਚ ਮਿਲੇ, ਸੰਸਕਾਰ ਦੇ ਰੂਪ 'ਚ ਮਿਲੇ, ਔਰ ਅੱਜ ਵੀ ਸਾਰਿਆਂ ਨੂੰ ਬਰਾਬਰ ਇੱਜ਼ਤ ਦੇ ਰਹੇ ਆ। ਇਹ ਕੀਤੀਆਂ ਅਸੀਂ ਰੰਗਮੰਚ ਦੇ ਨਾਲ ਸੰਬੰਧਿਤ ਗੱਲਾਂ। ਔਰ ਹੁਣ ਰਾਜਵੀਰ ਜੀ ਨੂੰ ਪੁੱਛਦੇ ਹਾਂ ਕਿ ਤੁਸੀਂ ਕਮੇਡੀ ਵਾਲੇ ਪਾਸੇ ਜਿਹੜੇ ਉਹ ਕਿਵੇਂ ਤੁਰੇ, ਅਤੇ ਕੀ ਉਸ ਰਸਤੇ ਦੇ ਵਿੱਚ ਔਕੜਾਂ ਆਈਆਂ, ਅਤੇ ਕਿਹੜੇ ਸਾਥੀ ਕਲਾਕਾਰਾਂ ਦੇ ਨਾਲ ਕੰਮ ਕੀਤਾ, ਔਰ ਕਿੰਨਾ ਚੈਨਲਾਂ ਦੇ ਉੱਤੇ ਜਿਹੜੀ ਆ ਉਹ ਤਬਾਹੀ ਮਚਾਈ। ਬਿਲਕੁਲ ਰਮੇਸ਼ ਜੀ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਮੇਰੀ ਸ਼ੁਰੂਆਤ ਜਿਹੜੀ ਉਹ ਬਚਪਨ ਤੋਂ ਹੀ ਹੋ ਗਈ ਸੀ। ਕਿ ਮੈਂ ਬਚਪਨ ਤੋਂ ਹੀ ਜਿੱਦਾਂ 5th 6th 'ਚ ਪੜ੍ਹਦੀ ਸੀ, ਜਿੱਦਾਂ ਲੋਕਾਂ ਦੀਆਂ ਨਕਲਾਂ ਲਾਉਂਦੀ ਸੀ। ਹੌਲੀ ਹੌਲੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪ੍ਰੋਫੈਸ਼ਨਲ ਇਹਨੂੰ ਜੁਆਇਨ ਕੀਤਾ ਜਦੋਂ ਮੈਂ ਥੀਏਟਰ ਜੁਆਇਨ ਕੀਤਾ। ਜਿਹੜਾ ਕਾਮੇਡੀ ਦਾ ਖੇਤਰ ਆ ਨਾ, ਐਕਚੁਅਲੀ ਅਸਲ ਦੇ ਵਿੱਚ ਮੈਂ ਹੈਗੀ ਥੀਏਟਰ ਆਰਟਿਸਟ ਹਾਂ। ਔਰ ਉਸ ਤੋਂ ਬਾਅਦ ਜਿਉਂ ਟੀਵੀ ਦਾ ਜਿਹੜਾ ਰੁਝਾਨ ਵੱਧਦਾ ਗਿਆ ਅਤੇ ਫਿਰ ਮੈਂ ਟੀਵੀ ਦੇ ਉੱਤੇ ਵੀ ਕੰਮ ਕਰਨਾ ਸ਼ੁਰੂ ਕੀਤਾ। ਜਿਹੜਾ ਕਾਮੇਡੀ ਦਾ ਜੌਨਰ ਆ ਨਾ, ਕਿਉਂਕਿ ਮੈਂ ਥੀਏਟਰ ਦੀ ਆਰਟਿਸਟ ਹਾਂ, ਅਤੇ ਜਿੱਦਾਂ ਥੀਏਟਰ ਆਰਟਿਸਟ ਨੂੰ ਕੀ ਹੁੰਦਾ ਕਿ ਉਹ ਕਾਮਿਕ ਰੋਲ ਵੀ ਕਰ ਸਕਦਾ ਆ, ਉਹ ਟ੍ਰੈਜਿਕ ਫਲੋ ਵਾਲੇ ਰੋਲ ਵੀ ਕਰ ਸਕਦਾ, ਹਰ ਤਰ੍ਹਾਂ ਦੇ ਰੋਲ ਕਰ ਸਕਦਾ ਜਿਹੜਾ ਥੀਏਟਰ ਦੇ ਵਿੱਚ ਨਾਟਕ ਜਿਹੜਾ ਖੇਡਦਾ ਹੈ ਕਲਾਕਾਰ। ਉਹਦੇ ਵਿੱਚ ਇਹ ਸੀਗਾ ਕਿ ਮੈਂ ਯੂਨੀਵਰਸਿਟੀ ਲੈਵਲ 'ਤੇ ਹਿਸਟੋਰਿਕਸ ਕਰਦੀ ਹੁੰਦੀ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਇਹ 2000 ਦੀ ਗੱਲ ਆ, 2004-5-6 ਸ਼ਾਇਦ ਗੱਲ ਆ ਉਦੋਂ ਦੀ, ਜਦੋਂ ਇਹ ਲਾਫਟਰ ਜਿਹੜਾ ਸੀਗਾ ਬੰਬੇ ਦੇ ਵਿੱਚ ਸ਼ੁਰੂ ਹੋਇਆ ਸੀਗਾ। ਉਹਦੇ ਵਿੱਚ ਕੀ ਸੀਗਾ ਕਿ ਪਹਿਲਾਂ ਮਰਦ ਲੋਕ ਹੀ ਕੰਮ ਕਰਦੇ ਸੀ ਇਹਦੇ ਵਿੱਚ, ਜਿੱਦਾਂ ਆਦਮੀ ਲੋਕ ਹੀ ਗਏ ਨੇ, ਜਿੱਦਾਂ ਰਾਜੂ ਸ਼੍ਰੀਵਾਸਤਵ ਜੀ ਗਏ ਨੇ, ਰਾਜੀਵ ਨਿਗਮ ਜੀ, ਅਹਿਸਾਨ ਕੁਰੈਸ਼ੀ ਅਤੇ ਸੁਨੀਲ ਪਾਲ ਜੀ, ਇਹ ਉੱਧਰ ਦੇ ਸੀਗੇ, ਯੂਪੀ ਬਿਹਾਰ ਦੇ ਲੋਕ ਸੀਗੇ। ਅਤੇ ਸਾਡੇ ਪੰਜਾਬ ਦੇ ਸੁਪ੍ਰਸਿੱਧ ਜਿਹੜੇ ਕਮੇਡੀਅਨ ਸੀ ਉਦੋਂ ਹੁੰਦੇ ਸੀ ਗੁਰਪ੍ਰੀਤ ਘੁੱਗੀ ਜੀ, ਚਾਚਾ ਰੌਣਕੀ ਰਾਮ ਜੀ, ਆਪਣੇ ਸੁਰਿੰਦਰ ਫਰਿਸ਼ਤਾ ਜੀ, ਜਿਨ੍ਹਾਂ ਨੂੰ ਭੁੱਲੇ ਸ਼ਾਹ ਦੇ ਨਾਂ 'ਤੇ ਜਿਹੜਾ ਉਹ ਜਾਣਿਆ ਜਾਂਦਾ। ਉਦੋਂ ਜਲੰਧਰ ਦੂਰਦਰਸ਼ਨ ਚੱਲਦਾ ਹੁੰਦਾ ਸੀ। ਉਹਨਾਂ ਵਿੱਚ ਇਹ ਕਮੇਡੀਅਨ ਜਿਹੜੇ ਸੀ ਨਾ, ਇਹ ਪੂਰੇ ਪੰਜਾਬ ਦੇ ਸਟਾਰ ਸੀਗੇ, ਕਾਮਿਕ ਸਟਾਰ ਸੀਗੇ, ਕਾਮੇਡੀ ਦੇ ਸਟਾਰ ਸੀਗੇ।
ਅਸੀਂ ਇਹਨਾਂ ਨੂੰ ਟੀਵੀ 'ਚ ਦੇਖਦੇ ਹੁੰਦੇ ਸੀ, ਪਰ ਸਾਨੂੰ ਲੱਗਦਾ ਹੁੰਦਾ ਸੀ ਕਿ ਕਾਮੇਡੀ ਇੱਕ ਵੱਖਰਾ ਹੀ ਇੱਕ ਟੌਪਿਕ ਹੈਗਾ। ਫਿਰ ਜਦੋਂ ਮੀਡੀਆ ਜਿਹੜਾ ਬਹੁਤ ਉਹਦਾ ਰੁਝਾਨ ਜਿਹੜਾ ਜ਼ਿਆਦਾ ਹੋਇਆ, ਤੇ ਉਦੋਂ ਲਾਫਟਰ 1 ਤੇ ਦੂਸਰਾ ਤੇ ਤੀਸਰਾ ਚੱਲ ਚੁੱਕਾ ਸੀ, ਜਿਹਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਜਿਹੜੇ ਆ ਬਹੁਤ ਹੀ ਵਧੀਆ ਕਲਾਕਾਰ ਕਪਿਲ ਤੇ ਚੰਦਨ, ਭਾਰਤੀ ਤਾਂ ਚਲੋ ਮੇਰੇ ਨਾਲ ਗਈ ਆ, ਕਪਿਲ ਸ਼ਰਮਾ, ਚੰਦਨ, ਰਾਜੀਵ ਠਾਕੁਰ, ਇਹ ਲਾਫਟਰ ਚੈਲੰਜ ਤੀਸਰੇ 'ਚ ਗਏ ਸੀਗੇ। ਉੱਥੇ ਫਿਰ ਉੱਥੋਂ ਦੇ ਡਾਇਰੈਕਟਰ ਨੇ ਕਿਹਾ ਵੀ ਕਿ ਲੜਕੀਆਂ ਨੂੰ ਵੀ ਅੱਗੇ ਲੈ ਕੇ ਆ ਸਕਦੇ ਹਾਂ, ਕਿਉਂਕਿ ਪੰਜਾਬ ਦੀ ਬਹੁਤ ਪੁਰਾਣੀ ਇੱਕ ਕਮੇਡੀਅਨ ਸੀਗੀ ਟੁੰਟਨ, ਜਿਹਨੇ ਬਾਲੀਵੁੱਡ ਦੇ ਵਿੱਚ ਬਹੁਤ ਆਪਣਾ ਨਾਮ ਬਣਾਇਆ। ਉਹਨਾਂ ਤੋਂ ਬਾਅਦ ਕੋਈ ਵੀ ਕਮੇਡੀਅਨ ਵੂਮਨ ਜਿਹੜੀ ਆ, ਉਹ ਲੜਕੀ ਜਿਹੜੀ, ਉਹ ਇਸ ਖੇਤਰ 'ਚ ਨਹੀਂ ਆਈ, ਔਰ ਬਹੁਤ ਸਾਲ ਬਾਅਦ, ਬਹੁਤ ਮਤਲਬ ਇੱਕ ਯੁੱਗ ਬੀਤ ਜਾਣ ਬਾਅਦ, ਸਦੀ ਬੀਤ ਜਾਣ ਬਾਅਦ ਵਾਰੀ ਜਿਹੜੀ ਉਹ ਸਾਡੀ ਆਈ। ਲਾਫਟਰ ਚੈਲੰਜ ਜਦੋਂ 4th ਸ਼ੁਰੂ ਹੋਇਆ ਤਾਂ ਬੰਬੇ ਦੇ ਵਿੱਚ ਉਹਨਾਂ ਨੇ, ਇੱਕ ਡਾਇਰੈਕਟਰ ਨੇ ਕਿਹਾ ਕਿ ਸਾਡੇ ਪੰਕਜ ਸ੍ਰੀਵਾਸਤਵ ਜਿਹੜੇ ਹੈਗੇ ਨੇ, ਪੰਕਜ ਵਾਸਤਵ ਜੀ ਹੈਗੇ ਨੇ, ਪੰਕਜ ਸਾਰਸਵਤ ਜੀ, ਉਹ ਡਾਇਰੈਕਟਰ ਸੀਗੇ ਸਾਡੇ ਲਾਫਟਰ ਚੈਲੰਜ ਦੇ, ਤਾਂ ਉਹਨਾਂ ਨੇ ਕਿਹਾ ਕਿਉਂ ਨਾ ਲੜਕੀਆਂ ਨੂੰ ਅੱਗੇ ਲਿਆਂਦਾ ਜਾਵੇ। ਅਤੇ ਮੇਰਾ ਨਾਮ ਜਿਹੜਾ ਸੀ, ਮੇਰਾ ਇੱਕ ਬੜਾ ਥੀਏਟਰ ਦਾ ਬਹੁਤ ਵਧੀਆ ਮੇਰਾ ਦੋਸਤ ਹੈ, ਬਹੁਤ ਮਹਾਨ ਕਲਾਕਾਰ ਹੈ, ਵਿਕਰਮ ਗਰੋਵਰ, ਜਿਨ੍ਹਾਂ ਦੀ ਤੁਸੀਂ ਫਿਲਮ ਦੇਖੀ ਹੋਏਗੀ, ਕਪਿਲ ਸ਼ਰਮਾ ਦੀ ਜਿਹੜੀ ਪਿਕਚਰ ਸੀਗੀ ਫਿਰੰਗੀ, ਉਹ ਉਹਨਾਂ ਨੇ ਡਾਇਰੈਕਟ ਕੀਤੀ ਆ, ਔਰ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਡਾਇਰੈਕਟ ਕੀਤੀਆਂ। ਅਤੇ ਉਦੋਂ ਉਹ ਮੇਰੇ ਨਾਲ ਥੀਏਟਰ ਕਰਦੇ ਹੁੰਦੇ ਸੀ, ਉਹਨਾਂ ਨੇ ਵੀ ਮੇਰਾ ਨਾਮ ਰਿਕਮੈਂਡ ਕੀਤਾ। ਆਪਣੇ ਗੁਰਪ੍ਰੀਤ ਘੁੱਗੀ ਜੀ ਨੇ ਮੇਰਾ ਨਾਮ ਰਿਕਮੈਂਡ ਕੀਤਾ ਕਿ ਰਾਜਵੀਰ ਸਾਡੇ ਅੰਮ੍ਰਿਤਸਰ ਪੰਜਾਬ ਦੀ ਇੱਕ ਬੜੀ ਵਧੀਆ ਲੜਕੀ ਹੈ, ਜਿਹੜੀ ਯੂਨੀਵਰਸਿਟੀ ਲੈਵਲ ਦੇ ਉੱਤੇ ਸਟੋਨਿਕਸ ਕਰਦੀ ਰਹੀ ਆ, ਤੁਸੀਂ ਉਹਨੂੰ ਲੈ ਕੇ ਆਓ। ਫਿਰ ਸਾਡੇ ਅੰਮ੍ਰਿਤਸਰ ਦੇ ਵਿੱਚ ਆਡੀਸ਼ਨ ਹੋਏ, ਅਤੇ ਰਮੇਸ਼ ਜੀ ਜਿੱਦਾਂ ਬੜਾ ਪਿਆਰਾ, ਬੜਾ ਨਾਮ ਇਸ ਗੂਗਲੀ ਐਂਟਰਟੇਨਮੈਂਟ ਚੈਨਲ ਵੱਲੋਂ ਤੁਹਾਡੇ ਸ਼ੋਅ ਦਾ ਨਾਮ ਜਿੱਦਾਂ ਸਫ਼ਰ ਜ਼ਿੰਦਗੀ ਹੈ ਨਾ, ਬਸ ਮੇਰਾ ਉਹ ਸਫ਼ਰ, ਜਿੱਦਾਂ ਕਈ ਵਾਰ ਆਪਾਂ ਸਫ਼ਰ ਕਰਦੇ ਹੋਈਏ ਜ਼ਿੰਦਗੀ ਦਾ, ਜਾਂ ਕਿਸੇ ਬੱਸ 'ਚ ਬੈਠੇ ਹੋਈਏ, ਟ੍ਰੇਨ 'ਚ ਬੈਠੇ ਹੋਈਏ, ਅਤੇ ਸਾਨੂੰ ਕਈਆਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਕਈ ਵਾਰ ਰੌਲਾ ਪੈ ਰਿਹਾ ਹੁੰਦਾ, ਸਟੇਸ਼ਨ ਬਈ ਕਈ ਆਉਂਦੇ ਨੇ, ਕਈ ਸਟੇਸ਼ਨ 'ਤੇ ਤੁਸੀਂ ਕਈ ਵਾਰ ਗੱਡੀ ਲੇਟ ਹੋ ਜਾਂਦੀ ਹੈ, ਤੁਸੀਂ ਡਿਸਟਰਬ ਹੋ ਜਾਂਦੇ, ਬੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆਉਂਦੀਆਂ, ਤੁਹਾਡੇ ਸਫ਼ਰ ਦੇ ਵਿੱਚ ਵੀ। ਉਸੇ ਤਰ੍ਹਾਂ ਜੀਵਨ ਦਾ ਸਫ਼ਰ ਆ ਮੇਰੇ ਜੀਵਨ ਦੇ ਵਿੱਚ, ਕਿਉਂਕਿ ਮੈਂ ਆਫਟਰ ਮੈਰਿਜ ਜਿਹੜੀ ਆ ਉਹ ਥੀਏਟਰ ਪੂਰੀ ਤਰ੍ਹਾਂ ਛੱਡ ਹੀ ਦਿੱਤਾ ਸੀ, ਕਿਉਂਕਿ ਮੈਂ ਆਪਣੇ ਇਨ-ਲॉज ਦਾ ਘਰ ਵੀ ਦੇਖਣਾ ਸੀ, ਆਪਣੀ ਫੈਮਿਲੀ ਨੂੰ ਵੀ ਦੇਖਣਾ ਸੀਗਾ। ਫਿਰ ਮੈਨੂੰ ਜਦੋਂ ਆਫਰ ਆਈ ਤਾਂ ਮੇਰੇ ਹਸਬੈਂਡ ਨੇ ਮੈਨੂੰ ਕਿਹਾ ਕਿ ਰਾਜਵੀਰ ਤੈਨੂੰ ਜ਼ਰੂਰ ਜਾਣਾ ਚਾਹੀਦਾ, ਤੂੰ ਇੱਕ ਬੜੀ ਵਧੀਆ ਕਲਾਕਾਰ ਰਹੀ ਆ, ਅਤੇ ਬੰਬੇ ਦੇ ਵਿੱਚ ਇੱਕ ਮੌਕਾ ਮਿਲ ਰਿਹਾ ਅਤੇ ਤੈਨੂੰ ਜਾਣਾ ਚਾਹੀਦਾ। ਅਤੇ ਮੈਂ ਉਦੋਂ ਥੋੜ੍ਹਾ ਜਿਹਾ ਇਹ ਸੋਚਿਆ ਕਿ ਨਹੀਂ, ਮੇਰੀ ਫੈਮਿਲੀ ਆ, ਅਤੇ ਹੁਣ ਮੈਂ ਕਿਵੇਂ ਅੱਗੇ ਜਾ ਸਕਦੀ ਹਾਂ। ਨਹੀਂ, ਮੇਰੇ ਹਸਬੈਂਡ ਨੇ ਇਹਦੇ ਵਿੱਚ ਮੇਰਾ ਬਹੁਤ ਸਾਥ ਦਿੱਤਾ, ਕਹਿੰਦੇ ਨਹੀਂ ਰਾਜਵੀਰ ਤੂੰ ਜ਼ਰੂਰ ਜਾ। ਫਿਰ ਮੇਰੇ ਜ਼ਿੰਦਗੀ ਦੇ ਉਸ ਸਫ਼ਰ ਦੇ ਵਿੱਚ, ਸਫ਼ਰ ਜ਼ਿੰਦਗੀ ਦੇ ਵਿੱਚ ਮੇਰੇ ਜੀਵਨ ਸਾਥੀ ਦਾ ਜਿਹੜਾ ਜੀਵਨ ਸਾਥੀ ਹੈ, ਜਿਸ ਮੇਰੇ ਸਫ਼ਰ ਦੇ ਵਿੱਚ ਮੇਰੇ ਜੀਵਨ ਦੇ ਸਾਥੀ ਨੇ ਮੇਰਾ ਬਹੁਤ ਵੱਡਾ ਰੋਲ ਨਿਭਾਇਆ, ਮਨਦੀਪ ਗੋਲਡੀ ਜੀ, ਉਹਨਾਂ ਨੇ ਮੈਨੂੰ ਕਿਹਾ ਰਾਜਵੀਰ ਤੂੰ ਬੰਬੇ ਜਾ। ਅਤੇ ਰਮੇਸ਼ ਜੀ ਉਦੋਂ ਮੇਰੀ ਇਹ ਸਫ਼ਰ ਜ਼ਿੰਦਗੀ ਦਾ ਸਫ਼ਰ ਬੜਾ ਔਖਾ ਸੀਗਾ, ਕਿ ਬੱਚਿਆਂ ਨੂੰ ਛੱਡ ਕੇ ਜਾਣਾ, ਮੇਰੀ ਬੇਟੀ ਬਹੁਤ ਛੋਟੀ ਸੀ ਉਦੋਂ, ਅਤੇ ਫੈਮਿਲੀ ਨੂੰ ਛੱਡ ਕੇ ਜਾਣਾ, ਬੰਬੇ ਵਰਗੇ ਸ਼ਹਿਰ 'ਚ ਜਾਣਾ, ਅਤੇ ਇੱਕ ਔਰਤ ਵਾਸਤੇ ਖਾਸ ਕਰਕੇ ਬਹੁਤ ਹੀ ਜ਼ਿਆਦਾ ਮੁਸ਼ਕਲ ਵਾਲੀ ਗੱਲ। ਫਿਰ ਮੇਰੇ ਹਸਬੈਂਡ ਨੇ ਕਿਹਾ ਕਿ ਰਾਜਵੀਰ ਜੇ ਤੂੰ ਨਾਟਕ ਇੰਨੇ ਔਖੇ ਕਰ ਸਕਦੀ ਆ, ਇੰਨੀ ਮਿਹਨਤ ਕਰਕੇ ਇੱਕ ਬੈਸਟ ਐਕਟਰੈਸ ਬਣ ਸਕਦੀ ਆ, ਅਤੇ ਤੂੰ ਮੇਰੇ ਘਰ ਦੀ ਵੀ ਇੱਕ ਬੈਸਟ ਵੂਮਨ ਹੈਗੀ ਆ, ਮੇਰੇ ਘਰ ਦੀ ਤੂੰ ਬੈਸਟ ਐਕਟਰੈਸ ਹੈਗੀ ਆ, ਬੈਸਟ ਵੂਮਨ ਹੈਗੀ ਆ, ਬੈਸਟ ਮਾਂ ਹੈਗੀ ਆ, ਬੈਸਟ ਵਾਈਫ ਹੈਗੀ ਆ, ਤੂੰ ਬੈਸਟ ਕਮੇਡੀਅਨ ਵੀ ਬਣ ਸਕਦੀ ਆ, ਤੂੰ ਜ਼ਰੂਰ ਜਾ ਬੰਬੇ। ਅਤੇ ਮੈਂ ਤਾਂ ਨਿਰਾਸ਼ ਜੀ ਹੋ ਗਈ ਸੀ ਵੀ ਨਹੀਂ ਮਨਦੀਪ, ਘਰ ਨੂੰ ਕੌਣ ਸਾਂਭੇਗਾ, ਕਿ ਮੈਂ ਸਾਂਭਾਂਗਾ। ਮੈਂ ਦੁਨੀਆ ਦੇ ਵਿੱਚ ਇਹ ਮਿਸਾਲ ਰੱਖਾਂਗਾ ਕਿ ਔਰਤਾਂ ਨੂੰ ਮੌਕਾ ਦੇਣਾ ਚਾਹੀਦਾ, ਕਿਉਂਕਿ ਰਮੇਸ਼ ਜੀ ਮੈਂ ਤੁਹਾਨੂੰ ਇੱਕ ਸੀਰੀਅਸ ਗੱਲ ਦੱਸਦੀ ਹਾਂ, ਔਰ ਬੜੀ ਸਟ੍ਰੇਟ ਫਾਰਵਰਡ ਦੱਸਦੀ ਹਾਂ ਗੱਲ, ਕਿ ਔਰਤਾਂ ਨੂੰ ਇੰਨਾ ਮੌਕਾ ਨਹੀਂ ਮਿਲਦਾ ਅੱਗੇ ਜਾਣ ਦਾ, ਔਰ ਮੈਨੂੰ ਵੀ ਇਹਨਾਂ ਚੀਜ਼ਾਂ ਦਾ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੇਰੇ ਵੀ ਪੇਰੈਂਟਸ ਮੈਨੂੰ ਅਲਾਓ ਨਹੀਂ ਸੀ ਕਰਦੇ ਹੁੰਦੇ। ਵਿਆਹ ਤੋਂ ਬਾਅਦ ਮੈਨੂੰ ਥੋੜ੍ਹਾ ਆਪਣੇ ਇਨ-ਲॉज ਦਾ ਵੀ ਡਰ ਰਿਹਾ, ਅਤੇ ਹਸਬੈਂਡ ਦਾ ਵੀ ਰਹਿਣਾ ਕਿ ਪਤਾ ਨਹੀਂ ਹਸਬੈਂਡ ਮੰਨਦੇ ਕਿ ਨਹੀਂ ਮੰਨਦੇ, ਪਰ ਮੇਰੇ ਹਸਬੈਂਡ ਨੇ ਮੇਰਾ ਬਹੁਤ ਸਾਥ ਦਿੱਤਾ। ਉਹਨਾਂ ਨੇ ਮੈਨੂੰ ਕਿਹਾ ਨਹੀਂ ਰਾਜਵੀਰ ਤੈਨੂੰ ਜਾਣਾ ਚਾਹੀਦਾ। ਔਰ ਜੇ ਅੱਜ ਮੈਂ ਤੁਹਾਡੇ ਨਾਲ ਖੁੱਲ੍ਹ ਕੇ ਗੱਲਾਂ ਕਰ ਪਾ ਰਹੀ ਹਾਂ, ਅਤੇ ਮੈਂ ਆਪਣੇ ਹਸਬੈਂਡ ਦੀ ਵਜ੍ਹਾ ਕਰਕੇ ਕਰ ਰਹੀ ਹਾਂ, ਕਿ ਮੇਰੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਮੇਰੇ ਜੀਵਨ ਦੇ ਸਾਥੀ ਦਾ ਜਿਹੜਾ ਆ ਉਹ ਬਹੁਤ ਵੱਡਾ ਅਹਿਮ ਰੋਲ ਆ। ਫਿਰ ਮੈਂ ਬੰਬੇ ਗਈ, ਬੰਬੇ ਜਾ ਕੇ ਮੈਂ ਆਡੀਸ਼ਨ ਦਿੱਤਾ, ਔਰ ਮੈਂ ਸਿਲੈਕਟ ਹੋ ਗਈ,
ਔਰ ਫਿਰ ਬਸ ਉਸ ਤੋਂ ਬਾਅਦ ਜ਼ਿੰਦਗੀ ਦਾ ਇਹ ਸਫ਼ਰ ਜਿਹੜਾ ਆ ਉਹ ਰੁਕਿਆ ਨਹੀਂ ਔਰ ਮੈਂ ਉੱਥੇ ਜਾ ਕੇ ਉਸ ਸਫ਼ਰ ਨੂੰ ਵਿਨ ਕੀਤਾ। ਉਸ ਤੋਂ ਬਾਅਦ ਮੈਨੂੰ ਹੌਲੀ ਹੌਲੀ ਮੇਰੇ ਇਸ ਖੇਤਰ ਨੂੰ, ਮੇਰੇ ਕਾਮੇਡੀ ਦੇ ਖੇਤਰ ਨੂੰ ਜਿਹੜਾ ਪੂਰੀ ਦੁਨੀਆ ਦੇ ਵਿੱਚ ਪਹਿਚਾਣ ਮਿਲੀ ਔਰ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਮੈਨੂੰ ਕਾਮੇਡੀ ਸਰਕਸ ਕਰਨ ਦਾ ਮੌਕਾ ਮਿਲਿਆ, ਜਿਹੜਾ ਸੋਨੀ ਚੈਨਲ ਦੇ ਉੱਤੇ ਬੜਾ ਹਿੱਟ ਸ਼ੋਅ ਰਿਹਾ ਹੈ। ਕਾਮੇਡੀ ਸਰਕਸ ਮੈਂ ਕੀਤਾ। ਫਿਰ ਉਸ ਤੋਂ ਬਾਅਦ NDTV ਇਮੈਜਿਨ ਚੈਨਲ ਸੀ ਜਿਹਦੇ ਸ਼੍ਰੀ ਰਾਜੂ ਸ਼੍ਰੀਵਾਸਤਵ ਜੀ ਦੇ ਡਾਇਰੈਕਸ਼ਨ ਦੇ ਵਿੱਚ ਮੈਂ ਕੰਮ ਕੀਤਾ। ਫਿਰ ਉਸ ਤੋਂ ਬਾਅਦ ਮੈਂ ਸਟਾਰ ਪਲੱਸ ਦੇ ਉੱਤੇ ਮੈਡ ਇਨ ਇੰਡੀਆ ਕੀਤਾ ਔਰ ਸਟਾਰ ਪਲੱਸ 'ਤੇ ਇੱਕ ਮੰਦਰਾ ਬੇਦੀ ਜੀ ਦੇ ਨਾਲ ਮੈਂ ਕੰਮ ਕੀਤਾ। ਬਹੁਤ ਸਾਰੇ ਕਾਮੇਡੀ ਸ਼ੋਅ ਮੈਂ ਜਿਹੜੇ ਕੀਤੇ ਆ। ਫਿਰ ਬਹੁਤ ਸਾਰੇ ਮੈਂ ਸ਼ੋਅਜ਼ ਨੂੰ ਮੈਂ ਹੋਸਟ ਵੀ ਕਰਦੀ ਰਹੀ ਹਾਂ। ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਮੈਂ ਆਪਣੇ ਜਾ ਕੇ ਸ਼ੋਅਜ਼ ਕੀਤੇ ਨੇ ਕਾਮੇਡੀ ਦੇ। ਔਰ ਇੱਕ ਜਿਹੜੀ ਆ ਇੱਕ ਮੈਨੂੰ ਐਸਟੈਬਲਿਸ਼ ਕਮੇਡੀਅਨ ਦਾ ਜਿਹੜਾ ਉਹ ਅੱਜ ਮੇਰਾ ਜਿਹੜਾ ਨਾਮ ਹੈ ਅਤੇ ਇੱਕ ਥੀਏਟਰ ਦੀ ਆਰਟਿਸਟ ਹੋਣ ਦੇ ਨਾਤੇ ਮੈਨੂੰ ਕਮੇਡੀਅਨ ਦੇ ਨਾਲ ਵੀ ਜਾਣਿਆ ਜਾਂਦਾ। ਔਰ ਇਹਦੇ ਨਾਲ ਹੋਰ ਵੀ ਮੈਨੂੰ ਬਹੁਤ ਸਾਰੇ ਮੈਨੂੰ ਫਿਲਮ ਕਰਨ ਦਾ ਮੌਕਾ ਮਿਲਿਆ। ਚੌਥੀ ਕੂਟ ਜਿਹੜੀ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਫਿਲਮ ਨੇ ਜਿਹੜਾ ਉਹ ਵਿਨ ਕੀਤੀ ਉਹ ਫਿਲਮ। ਔਰ ਮੈਂ ਚਾਈਨਾ ਗਈ ਸੀ ਉਹਦੇ ਵਿੱਚ ਔਰ ਮੈਨੂੰ ਉੱਥੇ ਉਹਨਾਂ ਨੇ ਸਨਮਾਨਿਤ ਕੀਤਾ ਔਰ ਇਹ ਪੰਜਾਬੀ ਆਰਟ ਮੂਵੀ ਸੀਗੀ। ਔਰ ਇਸ ਤੋਂ ਇਲਾਵਾ ਹੋਰ ਵੀ ਮੇਰੇ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਮੈਨੂੰ ਹੋਰ ਬਹੁਤ ਸਾਰੇ ਪ੍ਰੋਜੈਕਟ ਮਿਲ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੇਰੇ ਕਾਫੀ ਪ੍ਰੋਜੈਕਟ ਦੇਖੋਗੇ ਅਤੇ ਇਹ ਜ਼ਿੰਦਗੀ ਦਾ ਸਫ਼ਰ। ਤੇ ਹੁਣ ਗੱਲ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਰਾਜਵੀਰ ਜੀ ਨੂੰ ਕਿੰਨੇ ਕੁ ਜਿਹੜੇ ਆ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ। ਰਮੇਸ਼ ਜੀ, ਜ਼ਿੰਦਗੀ ਇੱਕ ਸੰਘਰਸ਼ ਹੀ ਹੈ। ਤੁਸੀਂ ਦੇਖੋ, ਸਵੇਰੇ ਉੱਠਣਾ ਵੀ ਸੰਘਰਸ਼ ਆ, ਚਾਹ ਬਣਾਉਣਾ ਸੰਘਰਸ਼ ਆ, ਬੱਚਿਆਂ ਦੀ ਪਾਲਣਾ ਪੋਸ਼ਣਾ ਕਰਨਾ ਸੰਘਰਸ਼ ਆ, ਈਵਨ ਤੁਸੀਂ ਲਿਪਸਟਿਕ ਬਿੰਦੀ ਲਾਉਣੀ ਉਹ 'ਚ ਵੀ ਸੰਘਰਸ਼ ਆ। ਤੁਸੀਂ ਦੇਖੋ ਵੀ ਇੱਕ ਮਸਕਾਰਾ ਲਾਉਣਾ, ਕੱਜਲ ਲਾਉਣਾ ਤਾਂ ਵੂਮੈਨਸ ਤਾਂ ਵੈਸੇ ਹੀ ਸੰਘਰਸ਼ ਦੀਆਂ ਬੜੀਆਂ ਪ੍ਰਤੀਕ। ਮੈਂ ਤਾਂ ਰਾਣੀ ਝਾਂਸੀ ਜੀ ਦੀ ਨਤਮਸਤਕ ਹੁੰਦੀ ਹਾਂ। ਉਹ ਯੁੱਧ ਦੇ ਮੈਦਾਨ ਦੇ ਵਿੱਚ ਉਹਨਾਂ ਨੇ ਬੜੀ ਆਪਣੀ ਜਿਹੜੀ ਆ ਉਹ ਛਾਪ ਛੱਡੀ ਅਤੇ ਅਸੀਂ ਔਰਤਾਂ ਜਿਹੜੀਆਂ ਅਸੀਂ ਸਿਰਜਣਹਾਰੀਆਂ, ਅਸੀਂ ਸਮਾਜ ਨੂੰ ਸਿਰਜਦੀਆਂ। ਔਰ ਉਹਨਾਂ ਸਾਰੀਆਂ ਤੁਸੀਂ ਦੇਖੋ, ਕਲਪਨਾ ਚਾਵਲਾ ਜੀ ਆ, ਇੰਦਰਾ ਗਾਂਧੀ ਜੀ ਆ, ਮਾਈ ਭਾਗੋ ਜੀ ਆ, ਝਾਂਸੀ ਦੀ ਰਾਣੀ ਆ ਔਰ ਕਿੰਨੀਆਂ ਮਹਾਨ ਸ਼ਖਸੀਅਤ ਨੇ। ਸਾਡੀ ਮਿਸ ਯੂਨੀਵਰਸ ਆ, ਸੁਸ਼ਮਿਤਾ ਸੇਨ ਹੈ, ਐਸ਼ਵਰਿਆ ਰਾਏ ਆ, ਕਮੇਡੀਅਨ ਭਾਰਤੀ ਆ, ਕਮੇਡੀਅਨ ਰਾਜਵੀਰ ਕੌਰ ਆ। ਇਹ ਸਾਰੀਆਂ ਸ਼ਖਸੀਅਤਾਂ ਵੂਮੈਨ 'ਤੇ ਹੈਗੀਆਂ। ਅਸੀਂ ਸਮਾਜ ਨੂੰ ਸਿਰਜਦੀਆਂ। ਅਤੇ ਰਮੇਸ਼ ਜੀ, ਤੁਸੀਂ ਗੱਲ ਕੀਤੀ ਸੰਘਰਸ਼ ਦੀ। ਅੱਜ ਮੈਂ ਜੀਵਨ 'ਚ ਸੰਘਰਸ਼ ਹੀ ਕਰਦੀ ਪਈ ਹਾਂ। ਸਭ ਤੋਂ ਪਹਿਲਾਂ ਸੰਘਰਸ਼ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਮੇਰਾ ਵਿਆਹ ਹੋਇਆ ਅਤੇ ਮੈਨੂੰ ਮੇਰੇ ਹਸਬੈਂਡ ਕਹਿੰਦੇ ਆ, ਜਿੱਦਣ ਮੇਰੀ ਸ਼ਾਦੀ ਹੋਈ ਹੈ ਅਤੇ ਮੈਂ ਨਾ ਡੋਲੀ ਲੱਗੀ ਤੁਰਨ ਅਤੇ ਮੈਂ ਰੋਣ ਲੱਗ ਗਈ ਅਤੇ ਕਿਉਂਕਿ ਤੁਹਾਨੂੰ ਪਤਾ ਵੀ ਮਾਂ ਪਿਓ ਭੈਣ ਭਰਾ ਛੱਡ ਕੇ ਜਾਣੇ ਕਿੰਨਾ ਔਖਾ ਹੁੰਦਾ। ਅਤੇ ਮੈਂ ਜਦੋਂ ਰੋਂਦੀ ਪਈ ਸੀ ਅਤੇ ਗੱਡੀ 'ਚ ਬੈਠੀ, ਮੇਰੇ ਹਸਬੈਂਡ ਵੀ ਰੋਣ ਲੱਗ ਗਏ ਅਤੇ ਮੈਂ ਕਿਹਾ ਵੀ ਤੁਸੀਂ ਕਿਉਂ ਰੋਂਦੇ? ਅਤੇ ਕਹਿੰਦੇ, ਮੈਂ ਕਿਹਾ ਵੀ ਮੈਂ ਤਾਂ ਇਸ ਕਰਕੇ ਰੋ ਰਹੀ ਹਾਂ ਕਿਉਂਕਿ ਮੈਂ ਆਪਣੇ ਮਾਂ ਪਿਓ ਭੈਣ ਭਰਾ ਛੱਡ ਕੇ ਚੱਲੀ ਹਾਂ ਤਾਂ ਰੋ ਰਹੀ ਹਾਂ, ਤੁਸੀਂ ਕਿਉਂ ਰੋਂਦੇ? ਕਹਿੰਦੇ, ਮੈਂ ਤਾਂ ਰੋਣ ਡਿਆ ਕਿਉਂਕਿ ਤੂੰ ਮੇਰੇ ਜਾਂਦਿਆਂ ਹੀ ਛਡਾ ਲੈਣਾ। ਅਤੇ ਦੇਖੋ ਰਮੇਸ਼ ਜੀ, ਔਰ ਵੇਖੋ ਵਾਕਈ ਇਹ ਵੀ ਜ਼ਿੰਦਗੀ ਦਾ ਸੰਘਰਸ਼ ਆ। ਔਰ ਸੱਚੀ ਗੱਲ ਜੇ ਮੈਂ ਤੁਹਾਨੂੰ ਦੱਸਾਂ, ਗੁਗਲੀ ਐਂਟਰਟੇਨਮੈਂਟ ਵਾਲਿਆਂ ਨੂੰ ਮੈਂ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਹਾਂ ਵਾਕਈ ਕਿ ਮਤਲਬ ਮੈਂ ਜਾਂਦਿਆਂ ਹੀ ਛਡਾ ਦਿੱਤੇ। ਸਾਡੇ ਘਰ ਦੇ ਵਿੱਚ ਸਿਰਫ ਇੱਕੋ ਚੁੱਲ੍ਹਾ ਬਲਦਾ ਸੀ, ਮੈਂ 3 ਚੁੱਲ੍ਹੇ ਕਰਾਤੇ ਕਿਉਂਕਿ ਮੇਰੇ ਹਸਬੈਂਡ ਹੋਣੀ 3 ਭਰਾ ਨੇ ਅਤੇ ਹੁਣ ਦਰਾਣੀ ਦਾ ਚੁੱਲ੍ਹਾ ਵੱਖਰਾ, ਜਠਾਣੀ ਦਾ ਵੱਖਰਾ ਅਤੇ ਮੇਰਾ ਵੱਖਰਾ। ਅਤੇ ਮੈਂ ਇਹਦੇ ਵਿੱਚ ਵੀ ਬੜੀ ਸੁਪਰ ਹਿੱਟ ਆ। ਬਾਕੀ ਸੰਘਰਸ਼ ਜਿਹੜਾ ਆ ਮੈਂ ਬੜਾ ਹੱਸਦਿਆਂ ਕੀਤਾ। ਮੁਸ਼ਕਿਲਾਂ ਤਾਂ ਬਹੁਤ ਆਈਆਂ ਪਰ ਜਿਵੇਂ ਜੀਵਨ ਦੇ ਵਿੱਚ ਮੈਨੂੰ ਸ਼ਾਇਦ ਇਹ ਕਮੇਡੀਅਨ ਦਾ ਇੱਕ ਮਿਲਣਾ ਸੀ ਟੈਗ, ਅਤੇ ਮੈਂ ਹੱਸਦੀ ਖੇਡਦੀ ਆਪਣੇ ਜੀਵਨ ਦੇ ਸੰਘਰਸ਼ ਨੂੰ ਅੱਗੇ ਲੈ ਕੇ ਗਈ ਹਾਂ। ਮੈਂ ਤਾਂ ਰਮੇਸ਼ ਜੀ ਤੁਹਾਨੂੰ ਦੱਸਾਂ, ਤੁਸੀਂ ਹੱਸੋਗੇ ਮੇਰੀ ਇਸ ਗੱਲ ਦੇ ਉੱਤੇ ਕਿ ਮੈਂ ਸੰਘਰਸ਼ ਛੋਟੀਆਂ ਚੀਜ਼ਾਂ ਦਾ ਕਰਦੀ ਰਹਿੰਦੀ ਹਾਂ। ਮੇਰੀ ਪੇਸਟ ਖਤਮ ਹੋ ਜਾਏ ਨਾ ਅਤੇ ਮੈਂ ਰਸੋਈ 'ਚੋਂ ਵੇਲਣਾ ਲੈ ਕੇ ਆਉਣੀ ਨਹੀਂ, ਤਾਂ ਮੈਂ ਪੇਸਟ ਨੂੰ ਚੰਗੀ ਤਰ੍ਹਾਂ ਮਲ ਕੇ ਜਿਹੜੀ ਲਾਸਟ ਉਹਦਾ ਡਰੋਪ ਹੁੰਦਾ ਨਾ ਉਹ ਵੀ ਮੈਂ ਕੱਢ ਲੈਂਦੀ ਹਾਂ। ਇਹਦੇ ਨਾਲ ਤੁਹਾਨੂੰ ਪਤਾ ਔਰਤਾਂ ਜਿਹੜੀਆਂ ਹੁੰਦੀਆਂ ਉਹ ਸਾਂਭ ਸੰਭਾਲ ਅਤੇ ਜੋੜਾ ਜੜਾਈ 'ਚ ਬੜਾ ਵਿਸ਼ਵਾਸ ਰੱਖਦੀਆਂ ਅਤੇ ਮੈਂ ਵੀ ਇਸ ਵਿਸ਼ਵਾਸ ਦੀ ਬੜੀ ਪੱਕੀ ਹੈਗੀ ਹਾਂ। ਮੇਰਾ ਗੈਸ ਖਤਮ ਹੋ ਜਾਏ ਨਾ, ਸਿਲੰਡਰ ਖਤਮ ਹੋ ਜਾਏ, ਮੈਂ ਉਹਨੂੰ ਉਲਟਾ ਪੁਲਟਾ ਕਰਕੇ ਉਹਦੀ ਸਾਰੀ ਗੈਸ ਕੱਢ ਕੇ ਫਿਰ ਮੈਂ ਆਪਣਾ ਚੁੱਲ੍ਹਾ ਜਿਹੜਾ ਨਵਾਂ ਚੁੱਲ੍ਹਾ ਲਾਉਂਦੀ ਹੁੰਦੀ ਹਾਂ, ਨਵਾਂ ਗੈਸ ਲਾਉਂਦੀ ਹੁੰਦੀ ਹਾਂ। ਮਤਲਬ ਇਹ ਵੀ ਜੀਵਨ ਦਾ ਸੰਘਰਸ਼ ਆ, ਬੜਾ ਪਿਆਰਾ ਸੰਘਰਸ਼ ਆ। ਖੈਰ ਮੈਂ ਇੱਦਾਂ ਤਾਂ ਨਹੀਂ ਕਰਦੀ, ਬਟ ਇਹ ਹੈ ਕਿ ਮੈਂ
ਵੈਸੇ ਥੋੜ੍ਹਾ ਜਿਹਾ ਤੁਹਾਨੂੰ ਥੋੜ੍ਹਾ ਐਂਟਰਟੇਨਮੈਂਟ ਕਰਨ ਦੀ ਗੱਲ ਕਰ ਰਹੀ ਸੀ। ਜਿੱਦਾਂ ਮੈਨੂੰ ਹਸਬੈਂਡ ਕਹਿੰਦੇ ਰਾਜਵੀਰ ਤੂੰ ਬੜਾ ਹੱਸਦੀ ਆਂ, ਬੜਾ ਹੀ ਹੱਸਦੀ ਆਂ ਤੂੰ, ਅਤੇ ਮੈਂ ਵੀ ਕੋਈ ਐਡੀ ਗੱਲ ਨਹੀਂ ਹੈ, ਮੈਂ ਵੀ ਜਦੋਂ ਕਿਸੇ ਮਹਿਫਲ 'ਚ ਜਾਂਦਾ ਨਾ ਅਤੇ ਕੁੜੀਆਂ ਵੇਖ ਕੇ ਮੈਨੂੰ ਮੁਸਕਰਾਉਂਦੀਆਂ ਅਤੇ ਮੈਂ ਕਿਹਾ ਕੋਈ ਵੱਡੀ ਗੱਲ ਨਹੀਂ, ਮੈਂ ਵੀ ਜਦੋਂ ਤੁਹਾਨੂੰ ਪਹਿਲੀ ਵਾਰ ਵੇਖਿਆ ਮੇਰਾ ਵੀ ਹਾਸਾ ਨਿਕਲ ਗਿਆ ਅਤੇ ਉਹ ਐਡੀ ਕੋਈ ਗੱਲ ਨਹੀਂ ਹੈਗੀ। ਕਹਿਣ ਦਾ ਭਾਵ ਇਹ ਹੈਗਾ ਕਿ ਜੀਵਨ ਦੇ ਵਿੱਚ ਹੁਣ ਮੈਂ ਬਹੁਤ ਬੋਲਦੀ ਹਾਂ ਰਮੇਸ਼ ਜੀ, ਮੈਨੂੰ ਬੋਲਣਾ ਬਹੁਤ ਪਸੰਦ ਆ, ਮੈਨੂੰ ਚੁੱਪ ਰਹਿਣਾ ਨਹੀਂ ਪਸੰਦ। ਇੱਦਾਂ ਮੈਨੂੰ ਤੁਹਾਡੇ ਵਰਗੇ ਕਿਸੇ ਦੋਸਤ ਨੇ ਪੁੱਛਿਆ ਕਿ ਰਾਜਵੀਰ ਤੂੰ ਇੰਨਾ ਹੱਸਦੀ ਆਂ, ਇੰਨਾ ਬੋਲਦੀ ਆਂ, ਇੰਨਾ ਖੁਸ਼ ਰਹਿੰਦੀ ਆਂ, ਅਤੇ ਇਹਦੇ ਉਲਟ ਤੇਰਾ ਘਰ ਵਾਲਾ ਬੜਾ ਚੁੱਪ ਰਹਿੰਦਾ, ਤੁਸੀਂ ਦੇਖਿਆ ਹਸਬੈਂਡ ਮੇਰੇ ਬੜੇ ਚੁੱਪ ਨੇ, ਅਤੇ ਤੁਹਾਡਾ ਆਪਸ 'ਚ ਗੁਜ਼ਾਰਾ ਕਿੱਦਾਂ ਹੁੰਦਾ? ਮੈਂ ਕਿਹਾ ਬਹੁਤ ਸੋਹਣਾ ਗੁਜ਼ਾਰਾ ਹੁੰਦਾ, ਵਿਆਹ ਸ਼ਾਦੀ ਦੇ ਮੌਕੇ 'ਤੇ ਮੈਂ ਚਲ ਜਾਂਦੀ ਹੁੰਦੀ ਹਾਂ, ਜਿੱਥੇ ਮਰਗ ਹੋਵੇ ਉੱਥੇ ਮੈਂ ਇਹਨਾਂ ਨੂੰ ਖਿਲਾ ਦਿੰਦੀ ਹੁੰਦੀ ਹਾਂ ਤਾਂ ਬੜਾ ਸੋਹਣਾ ਗੁਜ਼ਾਰਾ ਹੋ ਜਾਂਦਾ। ਅਤੇ ਕਈ ਵਾਰ ਮੈਨੂੰ ਕਹਿ ਦਿੰਦੇ ਤੇ ਰਾਜਵੀਰ ਤੂੰ ਤੇ ਨਾ ਚੁੱਪ ਹੀ ਚੰਗੀ ਆ, ਵੈਸੇ ਤਾਂ ਤੈਨੂੰ ਨਾ ਗੁੰਗੀ ਹੋਣਾ ਚਾਹੀਦਾ ਸੀ। ਮੈਂ ਕਿਹਾ ਮੈਂ ਨਹੀਂ ਗੁੰਗੀ ਹੋਣਾ, ਤੁਸੀਂ ਬੋਲੇ ਹੋ ਜਾਓ, ਸਾਰਾ ਕੰਮ ਹੀ ਖਤਮ ਹੋਣਾ ਕਿ ਤੁਸੀਂ ਬੋਲੇ ਹੋ ਜਾਓ, ਤੁਹਾਨੂੰ ਕੁਛ ਨਹੀਂ ਸੁਣੇਗਾ। ਮੈਂ ਕਿਉਂ ਗੁੰਗੀ ਹੋਵਾਂ? ਕਿਉਂਕਿ ਜੇ ਮੈਂ ਗੁੰਗੀ ਹੋਵੇਗੀ ਮੈਂ ਤਾਂ ਵੀ ਆ ਕਰਕੇ ਇਹਨਾਂ ਦਾ ਸਿਰ ਖਾਣਾ ਸਾਰਿਆਂ ਦਾ। ਕਹਿੰਦਾ ਭਾਵੇਂ ਮੈਨੂੰ ਬੋਲਣਾ ਬਹੁਤ ਚੰਗਾ ਲੱਗਦਾ ਰਮੇਸ਼ ਜੀ, ਅਤੇ ਜ਼ਿੰਦਗੀ ਦੇ ਵਿੱਚ ਹੱਸਦੇ ਰਹਿਣਾ ਚਾਹੀਦਾ। ਮੇਰੇ ਜੀਵਨ ਦਾ ਸਫ਼ਰ ਜਿਉਂ ਮੇਰੇ ਬੱਚੇ ਵੱਡੇ ਹੁੰਦੇ ਗਏ, ਮੈਂ ਹੁਣ ਉਹਨਾਂ ਦੇ ਨਾਲ ਕਾਮੇਡੀ ਕਰਦੀ ਰਹਿੰਦੀ, ਆਪਣੇ ਗੁਆਂਢੀਆਂ ਨਾਲ, ਆਪਣੇ ਪੜੋਸੀਆਂ ਨਾਲ, ਆਪਣੇ ਸੁਸਾਇਟੀ ਨਾਲ, ਸਮਾਜ ਨਾਲ, ਆਪਣੇ ਜਿੰਨੇ ਮੇਰੇ ਦੋਸਤ ਮਿੱਤਰ ਨੇ, ਮੇਰੇ ਰਿਸ਼ਤੇਦਾਰ ਨੇ, ਈਵਨ ਮੇਰੇ ਮਦਰ ਇਨ ਲਾ ਨੇ, ਮੈਂ ਬਹੁਤ ਕਾਮੇਡੀ ਕਰਦੀ ਰਹਿੰਦੀ ਉਹਨਾਂ ਨਾਲ, ਹੱਸਦੀ ਰਹਿੰਦੀ ਹਾਂ, ਹਮੇਸ਼ਾ ਖੁਸ਼ ਰਹਿੰਦੀ ਹਾਂ। ਸੱਸ ਨਾਲ ਤੇ ਹਿੱਟ ਖੜੀਕਾ ਰਹਿੰਦਾ ਵਾ, ਤੇ ਤੁਸੀਂ ਇਹ ਜਿਹੜਾ ਵਾ ਕਮੇਡੀ ਕਰਦੇ ਹੋ, ਇਹਦੇ 'ਚ ਦੱਸੋ ਕੁਛ। ਕਾਮੇਡੀ ਦੇ ਵਿੱਚ ਵੇਖੋ, ਹਾਂ ਸੱਸ ਨਾਲ ਮੇਰਾ ਹਿੱਟ ਖੜੀਕਾ ਇੱਦਾਂ ਰਿਹਾ, ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਨਾ ਮੈਂ ਡੋਲੀ 'ਤੇ ਮੇਰੀ ਤੁਰ ਗਈ ਅਤੇ ਜਦੋਂ ਮੈਂ ਆਪਣੇ ਸਹੁਰੇ ਘਰ ਆਈ ਨਾ, ਅਤੇ ਮੇਰੇ ਮਦਰ ਇਨ ਲਾ ਮੈਨੂੰ, ਮੇਰੀ ਸੱਸ ਮੈਨੂੰ ਕਹਿੰਦੀ ਹੈ ਕਿ ਦੇਖ ਰਾਜਵੀਰ ਰੋਣਾ ਨਹੀਂ ਹੈਗਾ, ਬਿਲਕੁਲ ਨਹੀਂ ਰੋਣਾ, ਅੱਜ ਤੋਂ ਬਾਅਦ ਮੈਂ ਤੇਰੀ ਮਾਂ ਆ ਅਤੇ ਤੇਰੇ ਸਹੁਰਾ ਸਾਹਿਬ ਤੇਰੇ ਡੈਡੀ ਆ, ਅੱਜ ਤੋਂ ਤੂੰ ਸਾਨੂੰ ਸਾਡੇ ਆਪਣੇ ਮਾਂ-ਬਾਪ ਸਮਝਣਾ, ਮੈਂ ਤੇਰੀ ਮੰਮੀ ਅਤੇ ਇਹ ਤੇਰੇ ਡੈਡੀ। ਅਤੇ ਮੈਂ ਕਿਹਾ ਠੀਕ ਹੈ। ਇਹਨਾਂ 'ਚ ਨੂੰ ਸਾਡੇ ਘਰ ਦੀ ਬੈਲ ਖੜਕ ਗਈ ਅਤੇ ਮੇਰੇ ਸੱਸ ਮੈਨੂੰ ਕਹਿੰਦੀ ਕਿ ਦਰਵਾਜ਼ਾ ਖੋਲ੍ਹ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਅਤੇ ਸਾਹਮਣੇ ਮੇਰੇ ਹਸਬੈਂਡ ਅਤੇ ਮੇਰੀ ਸੱਸ ਮੈਨੂੰ ਕਹਿੰਦੀ ਹੈ ਕਿ ਰਾਜਵੀਰ ਕੌਣ ਆ? ਮੈਂ ਕਿਹਾ ਮੰਮੀ ਜੀ ਵੀਰ ਜੀ ਘਰ ਆ ਗਏ ਨੇ। ਤੁਹਾਡਾ ਬੜਾ ਜਦੋਂ ਵੀਰ ਜੀ ਅੰਦਰ ਆ ਗਏ ਅਤੇ ਮੇਰੀ ਸੱਸ ਕਹਿੰਦੀ ਵੀ ਇਹ ਤਾਂ ਮਤਲਬ ਮੇਰੀ ਬਹੂ ਤਾਂ ਸੱਚਮੁੱਚ ਹੀ ਕਮੇਡੀਅਨ ਆ। ਅੱਛਾ, ਫਿਰ ਮੈਨੂੰ ਕਹਿੰਦੇ ਕਿ ਮੈਂ ਨਾ ਆਪਣੀ ਨੂੰਹ ਨੂੰ ਨਾ ਕੋਈ ਕੰਮ ਨਹੀਂ ਕਰਾਉਣਾ। ਤੁਹਾਨੂੰ ਪਤਾ ਰਮੇਸ਼ ਜੀ, ਆਪਣੇ ਜ਼ਮਾਨੇ ਦੇ ਵਿੱਚ ਇੱਕ ਬੜੀ ਰੀਤ ਚੱਲਦੀ ਕਿ ਜਦੋਂ ਨਵੀਂ ਕੁੜੀ ਵਿਆਹੀ ਆਵੇ ਅਤੇ ਉਹਦੀ ਸੱਸ ਨਾ ਉਹ ਤੋਂ ਹਫ਼ਤਾ ਕੁ ਜਾਂ ਮਹੀਨਾ ਕੁ ਕੰਮ ਨਹੀਂ ਕਰਾਉਂਦੀ। ਮੇਰੀ ਸੱਸ ਨੇ ਵੀ ਸੋਚਿਆ ਵੀ ਹੁਣ ਮੈਂ ਰਾਜਵੀਰ ਦੇ ਕੋਲੋਂ ਕੋਈ ਕੰਮ ਨਹੀਂ ਕਰਾਉਣਾ। ਅਤੇ ਰਮੇਸ਼ ਜੀ ਮੈਨੂੰ ਤਾਂ ਮੌਜਾਂ ਲੱਗ ਗਈਆਂ, ਮੈਂ ਤਾਂ ਅੱਗੇ ਹੀ ਵੈਸੇ ਵੀ ਡਰਾਮਾ ਆਰਟਿਸਟ, ਅਤੇ ਮੈਂ ਡਰਾਮਾ ਵੀ ਬੜਾ ਕਰਦੀ ਰਹੀ ਆਪਣੀ ਸੱਸ ਦੇ ਅੱਗੇ, ਅਤੇ ਮੈਂ ਡਰਾਮਾ ਖੇਡਣਾ ਸ਼ੁਰੂ ਕਰਤਾ। ਮੈਂ ਵੀ ਚੁੱਪ ਕਰਕੇ ਬੈਠੀ ਰਹੀ, ਅਤੇ ਮੇਰੀ ਸੱਸ ਕਹਿੰਦੀ ਆ ਵੀ ਭਾਂਡੇ ਵੀ ਆਪੇ ਮਾਂਜੀ ਜਾਣੇ ਸੱਸ ਨੇ, ਕੱਪੜੇ ਵੀ ਆਪੇ ਧੋਈ ਜਾਣੇ, ਅਤੇ ਸਫਾਈ ਵੀ ਆਪੇ ਕਰੀ ਜਾਣੀ। ਅਤੇ ਮੈਂ ਕਿਹਾ ਕਰਦੇ ਰਹੋ। ਇੱਕ ਦਿਨ ਮੇਰੀ ਸੱਸ ਨੇ ਸੋਚਿਆ ਵੀ ਇਹ ਤਾਂ ਮਤਲਬ ਗੱਲ ਖਰਾਬ ਹੋ ਗਈ, ਮਤਲਬ ਇਹ ਤਾਂ ਬਹੂ ਤਾਂ ਉੱਠਦੀ ਨਹੀਂ ਆ, ਇਹਦੇ ਤਾਂ ਹੱਡਾਂ 'ਚ ਹਰਾਮ ਪੈ ਜਾਏਗਾ। ਮੇਰੀ ਸੱਸ ਨੇ ਇੱਕ ਡਰਾਮਾ ਜਿਹਾ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਸੱਸ ਨੇ ਕੀ ਕੀਤਾ, ਹਸਬੈਂਡ ਦੇ ਨਾਲ ਮਿਲ ਕੇ ਕਹਿੰਦੇ ਕਿ ਆਪਾਂ ਇੱਦਾਂ ਕਰਦੇ ਹਾਂ, ਮੈਂ ਨਾ ਝਾੜੂ ਮਾਰੂੰਗੀ ਅਤੇ ਤੂੰ ਉੱਪਰ ਆ ਜੀ, ਅਤੇ ਤੂੰ ਕਹੀਂ ਕਿ ਮੰਮੀ ਜੀ ਲਿਆਓ ਮੈਂ ਝਾੜੂ ਮਾਰਦਾ। ਜਦੋਂ ਮੈਂ ਭਾਂਡੇ ਮਾਂਜਾਂਗੀ ਨਾ ਫਿਰ ਤੂੰ ਉੱਪਰ ਆ ਜੀ ਅਤੇ ਕਹੀਂ ਮੰਮੀ ਲਿਆਓ ਮੈਂ ਭਾਂਡੇ ਮਾਂਜਦਾ। ਇੱਦਾਂ ਕਰਾਂਗੇ ਨਾ ਅਤੇ ਰਾਜਵੀਰ ਨੂੰ ਆਪੇ ਸ਼ਰਮ ਆਏਗੀ ਅਤੇ ਆਪੇ ਕੰਮ ਕਰਨਾ ਆ ਜਾਏਗੀ, ਇਹ ਤਾਂ ਉੱਠਦੀ ਨਹੀਂ ਗੀ। ਹੁਣ ਮੈਂ ਤਾਂ ਬੜੀ ਪੱਕੀ ਸੀਗੀ, ਮੈਂ ਨਾ ਰਮੇਸ਼ ਜੀ ਚੁੱਪ ਕਰਕੇ ਬੈਠੀ ਰਹੀ। ਮੇਰੀ ਸੱਸ ਝਾੜੂ ਲਾਉਣ ਲੱਗੀ ਅਤੇ ਮੇਰੇ ਹਸਬੈਂਡ ਕਹਿੰਦੇ ਲਿਆਓ ਮੰਮੀ ਮੈਂ ਕਰਦਾ ਹਾਂ, ਅਤੇ ਮੇਰੀ ਸੱਸ ਕਹਿੰਦੀ ਨਹੀਂ ਪੁੱਤ ਮੈਂ ਆਪੇ ਕਰ ਲਾਂਗੀ। ਅੱਛਾ, ਫਿਰ ਮੇਰੀ ਸੱਸ ਭਾਂਡੇ ਮਾਂਜਣ ਲੱਗੀ ਅਤੇ ਮੇਰੇ ਹਸਬੈਂਡ ਕਹਿੰਦੇ ਮੰਮੀ ਲਿਆਓ ਮੈਂ ਮਾਂਜਦਾ ਭਾਂਡੇ। ਮੇਰੀ ਸੱਸ ਕਹਿੰਦੀ ਨਹੀਂ ਪੁੱਤ ਮੈਂ ਆਪੇ ਕਰ ਲਾਂਗੀ। ਮੇਰੀ ਸੱਸ ਨਾ ਮੈਨੂੰ ਸੁਣਾਵੇ ਕਿ ਰਾਜਵੀਰ ਉੱਠ ਕੇ ਆ ਜਾਏਗੀ, ਆਪਸ 'ਚ ਲੜ ਪਏ ਦੋਵੇਂ ਜਣੇ। ਸੱਸ ਮੇਰੀ ਆਖੇ ਨਹੀਂ ਪੁੱਤ ਮੈਂ ਕਰਦੀ ਹਾਂ, ਹਸਬੈਂਡ ਕਹਿਣ ਨਹੀਂ ਮੰਮੀ ਮੈਂ ਕਰਦਾ। ਸੱਸ ਮੇਰੀ ਆਖੇ ਨਹੀਂ ਮੈਂ ਕਰਦੀ ਹਾਂ ਪੁੱਤ, ਹਸਬੈਂਡ ਮੇਰੇ ਕਹਿਣ ਨਹੀਂ ਮੰਮੀ ਮੈਂ ਕਰਦਾ। ਮੈਂ ਵਿੱਚ ਗਈ, ਮੈਂ ਕਿਉਂ ਮਾਂ ਪੁੱਤ ਲੜਦੇ ਜੇ, ਅੱਜ ਮਾਂ ਕਰ ਲੈ ਕੱਲ ਪੁੱਤ ਕਰ ਲੈ। ਬਿਲਕੁਲ ਮੈਂ ਨਹੀਂ ਉੱਠੀ। ਸੋ ਇੱਦਾਂ ਹੀ ਮੈਂ ਹੱਸਦੀ ਖੇਡਦੀ ਰਹਿੰਦੀ ਆਪਣੀ ਸੱਸ ਨਾਲ ਵੀ, ਆਪਣੇ ਸਹੁਰਾ ਸਾਹਿਬ ਨਾਲ, ਆਪਣੀ ਫੈਮਿਲੀ ਦੇ ਨਾਲ, ਅਤੇ ਇਹ ਮੇਰੀਆਂ ਗੱਲਾਂ ਇੱਦਾਂ ਹੀ ਚੱਲਦੀਆਂ ਰਹੀਆਂ ਜੀ। ਤੁਸੀਂ ਵੇਖਿਆ ਵਾ, ਇਹ ਨੋਕ ਝੋਕ ਦੇ ਨਾਲ ਹੀ ਤੁਹਾਨੂੰ ਸੰਘਰਸ਼ ਦੀ ਜਿਹੜੀ ਗਾਥਾ ਉਹ ਸੁਣਾਤੀ ਆ। ਔਰ ਰਾਜਵੀਰ ਜਿਹੜੇ ਨੇ ਇਹ ਪੰਜਾਬੀ ਮਾਂ ਬੋਲੀ ਦੇ ਉੱਤੇ ਤੁਸੀਂ ਵੇਖਿਆ ਇਹਨਾਂ ਦੇ ਕਿੰਨੇ ਠੇਠ ਲਫ਼ਜ਼ਾਂ ਦੇ ਉੱਤੇ ਵੱਡੀ ਪਕੜਿਆ। ਅਤੇ ਮੈਂ ਚਾਹਾਂਗਾ ਕਿ ਇਹਨਾਂ ਕੋਲੋਂ ਪੁੱਛਾਂ ਕਿ ਇਹ ਸਾਹਿਤ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਔਰ ਕਿੰਨਾਂ ਨੂੰ ਜ਼ਿਆਦਾ ਪੜ੍ਹਦੇ।
ਸਾਹਿਤ ਨਾਲ ਤੇ ਮੈਨੂੰ ਬਹੁਤ ਪਿਆਰ ਹੈ ਰਮੇਸ਼ ਜੀ। ਜਿੱਦਾਂ ਮੈਂ ਡਰਾਮਾ ਆਰਟਿਸਟ ਵੀ ਹਾਂ, ਥੀਏਟਰ ਦੀ ਆਰਟਿਸਟ ਹਾਂ, TV ਕਲਾਕਾਰ ਹਾਂ। ਮੈਂ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ। ਬਹੁਤ ਸਾਰੀਆਂ ਮੈਂ ਕਿਤਾਬਾਂ ਪੜ੍ਹਦੀ। ਮੈਂ ਸੁਰਜੀਤ ਪਾਤਰ ਜੀ ਨੂੰ ਪੜ੍ਹਦੀ ਹਾਂ। ਫਿਰ ਮੈਂ ਹੋਰ ਵੀ ਬਹੁਤ ਸਾਰੇ ਨਾਟਕਕਾਰ ਨੇ ਜਿਨ੍ਹਾਂ ਦੀਆਂ ਮੈਂ ਜ਼ਿਆਦਾ ਵੈਸੇ ਸਪਿਰਿਚੁਅਲ ਬੁੱਕਸ ਵੀ ਮੈਂ ਬਹੁਤ ਪੜ੍ਹਦੀ ਹਾਂ। ਅਤੇ ਸਾਹਿਤ ਨਾਲ ਤਾਂ ਮੈਨੂੰ ਬਹੁਤ ਪਿਆਰ ਆ। ਮੇਰੇ ਹੱਥ ਦੇ ਵਿੱਚ ਬਹੁਤ ਚੰਗੀਆਂ ਕਿਤਾਬਾਂ ਆ ਜਾਣ। ਅਤੇ ਨਾਨਕ ਸਿੰਘ ਜੀ ਨੂੰ ਮੈਂ ਪੜ੍ਹਿਆ ਆ, ਗੁਰਦਿਆਲ ਸਿੰਘ ਫੁੱਲ ਜੀ ਨੂੰ ਮੈਂ ਪੜ੍ਹਿਆ ਆ, ਭਾਈ ਵੀਰ ਸਿੰਘ ਜੀ ਨੂੰ ਪੜ੍ਹਿਆ ਆ, ਸੁਰਜੀਤ ਪਾਤਰ ਜੀ ਦਾ ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਮੈਂ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ, ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀ ਲੇਖਣੀ ਮੈਂ ਪੜ੍ਹਦੀ ਰਹਿੰਦੀ ਹਾਂ। ਅੰਮ੍ਰਿਤਾ ਪ੍ਰੀਤਮ ਜੀ ਨੂੰ ਮੈਂ ਪੜ੍ਹਿਆ ਆ, ਦਲੀਪ ਟਿਵਾਣਾ ਜੀ ਨੂੰ ਮੈਂ ਪੜ੍ਹਿਆ ਹੈ। ਔਰ ਹੋਰ ਵੀ ਬਹੁਤ ਸਾਰੇ ਰਾਈਟਰ ਨੇ ਜਿਨ੍ਹਾਂ ਦੀਆਂ ਮੈਂ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ। ਔਰ ਉਹਨਾਂ ਨੂੰ ਪੜ੍ਹ ਕੇ ਦੇਖੋ, ਪੰਜਾਬੀ ਬੋਲੀ 'ਚ ਅਗਰ ਜੇ ਤੁਸੀਂ ਪਕੜ ਦੀ ਗੱਲ ਕਰੋ ਤਾਂ ਕਿਉਂਕਿ ਮੈਂ ਪੰਜਾਬ ਦੀ ਜੰਮਪਲ ਹਾਂ, ਪਿੰਡਾਂ ਦੀ, ਮੈਂ ਪਿੰਡ 'ਚੋਂ ਉੱਠ ਕੇ ਮੈਂ ਫਿਰ ਸ਼ਹਿਰ ਦੇ ਵਿੱਚ ਆਈ ਹਾਂ। ਪਰ ਅੱਜ ਵੀ ਮੇਰਾ ਜਿਹੜਾ ਮੋਹ ਆ ਮੇਰੀ ਪਿੰਡ ਧਰਤੀ ਦੇ ਨਾਲ ਹੈਗਾ। ਅਤੇ ਕਿਉਂਕਿ ਪੰਜਾਬ 'ਚ ਰਹਿਣ ਵਾਲੀ ਹਾਂ ਅਤੇ ਪੰਜਾਬੀਅਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ। ਅਤੇ ਉਹਦੇ ਨਾਲ ਨਾਲ ਮੈਂ ਕਲਾ ਖੇਤਰ ਦੇ ਵਿੱਚ ਵੀ ਇੱਕ ਐਕਟਰੈਸ ਹਾਂ ਅਤੇ ਮੈਨੂੰ ਚੰਗਾ ਲੱਗਦਾ ਆਪਣੀ ਭਾਸ਼ਾ ਦੇ ਉੱਤੇ ਗੱਲ ਕਰਨਾ। ਬੱਚੇ ਕਿੰਨੇ ਆ ਔਰ ਕੀ ਨਾਂ ਉਹਨਾਂ ਦਾ? ਰਮੇਸ਼ ਜੀ, ਮੇਰੇ 2 ਬੱਚੇ ਨੇ। ਮੇਰਾ ਬੇਟਾ ਹਰਕਬੀਰ ਅਤੇ ਬੇਟੀ ਮੇਰੀ ਮਨਸੀਰਤ ਕੌਰ। ਬੇਟਾ ਜਿਹੜਾ ਮੇਰਾ ਉਹ +2 'ਚ ਪੜ੍ਹਦਾ ਹੈ ਅਤੇ ਬੇਟੀ ਮੇਰੀ ਜਿਹੜੀ ਉਹ 9th 'ਚ ਪੜ੍ਹਦੀ ਹੈ। ਹਸਬੈਂਡ ਮੇਰੇ ਉਹੀ ਪੁਰਾਣੇ ਵਾਲੇ ਨੇ ਅਤੇ ਇੱਕੋ ਹੀ ਨੇ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸਾਡੀ ਜਦੋਂ ਲਾਈਫ ਅੱਗੇ ਵੱਧ ਜਾਂਦੀ ਆ ਅਤੇ ਐਜ਼ ਏ ਐਸਟੈਬਲਿਸ਼ ਐਕਟਰੈਸ ਨਾ ਬਹੁਤ ਸਾਰੇ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਾਣਨਾ, ਉਹਨਾਂ ਨੂੰ ਕਿਉਰਿਓਸਿਟੀ ਹੁੰਦੀ ਹੈ ਕਿ ਦੇਖੇ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ। ਅਤੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੇਰਾ ਇੱਕੋ ਹੀ ਹਸਬੈਂਡ ਆ, ਉਹੀ ਪੁਰਾਣਾ ਵਾਲਾ ਆ ਔਰ ਬਹੁਤ ਵਧੀਆ ਹੈ। ਮਨਦੀਪ ਗੋਲਡੀ ਮੇਰੇ ਹਸਬੈਂਡ ਨੇ। ਉਹ ਸਪਰਿੰਗਡੇਲ ਸਕੂਲ ਦੇ ਵਿੱਚ ਪਰਫੋਰਮਿੰਗ ਆਰਟ ਟੀਚਰ ਨੇ ਔਰ ਉਹਨਾਂ ਦੇ ਨਾਲ ਨਾਲ ਉਹ ਇੱਕ ਸਿੰਗਰ ਵੀ ਨੇ, ਉਹ ਵੀ ਆਰਟਿਸਟ ਨੇ ਔਰ ਮਿਊਜ਼ਿਕ ਡਾਇਰੈਕਟਰ ਨੇ, ਕੋਰੀਓਗ੍ਰਾਫਰ ਨੇ। ਔਰ ਸਾਡਾ ਪੂਰਾ ਪਰਿਵਾਰ ਜਿਹੜਾ ਉਹ ਕਲਾਕਾਰਾਂ ਵਾਲਾ ਪਰਿਵਾਰ ਆ। ਮੇਰਾ ਬੇਟਾ ਵੀ ਨਾਟਕ ਖੇਡਦਾ ਆ, ਸਿੰਗਿੰਗ ਕਰਦਾ ਆ, ਡਾਂਸ ਦੇ ਵਿੱਚ ਉਹਦੀ ਬੜੀ ਜਿਹੜੀ ਆ ਉਹ ਮਾਹਰ ਹੈਗਾ ਆ। ਉਹਨੇ ਆਪਣੇ ਇੱਕ ਉਹ ਡਾਂਸ ਵਗੈਰਾ ਕਰਦਾ ਹੀ ਰਹਿੰਦਾ ਔਰ ਬਹੁਤ ਸੋਹਣਾ ਡਾਂਸ ਕਰਦਾ। ਬਹੁਤ ਸਾਰੇ ਚੈਨਲਸ ਦੇ ਉੱਪਰ ਉਹਨੂੰ ਮੌਕਾ ਵੀ ਮਿਲਿਆ ਔਰ ਉਹਨੇ ਬਹੁਤ ਸਾਰੇ ਸ਼ੋਜ਼ ਜਿੱਤੇ ਵੀ ਆ। ਬੇਟੀ ਮੇਰੀ ਵੀ ਕਲਾਕਾਰ ਆ, ਮਹਿੰਦੀ ਦੇ ਡਿਜ਼ਾਈਨ ਬੜੇ ਸੋਹਣੇ ਬਣਾ ਲੈਂਦੀ ਆ। ਔਰ ਅੱਜ ਜੇ ਅਗਰ ਤੁਸੀਂ ਮੇਰਾ ਆਊਟਫਿਟ ਦੇਖ ਰਹੇ ਹੋ ਤਾਂ ਮੇਰੀ ਬੇਟੀ ਦਾ ਹੀ ਡਿਜ਼ਾਈਨ ਕੀਤਾ ਹੋਇਆ ਹੈ। ਬਹੁਤ ਵਧੀਆ ਉਹ ਮੇਕਅਪ ਆਰਟਿਸਟ ਵੀ ਆ ਔਰ ਉਹ ਮਹਿੰਦੀ ਡਿਜ਼ਾਈਨਰ ਵੀ ਆ। ਔਰ ਮੇਰਾ ਪੂਰੀ ਫੈਮਿਲੀ ਜਿਹੜੀ ਉਹ ਕਲਾਕਾਰਾਂ ਵਾਲੀ ਫੈਮਿਲੀ। ਕਦੀ ਕਿਤੇ ਮੌਕਾ ਮਿਲਿਆ ਅਤੇ ਗੁਗਲੀ ਐਂਟਰਟੇਨਮੈਂਟ ਵੱਲੋਂ ਮੈਂ ਇਹ ਚਾਹੂੰਗੀ ਕਿ ਮੇਰੀ ਮਦਰ ਇਨ ਲਾਅ ਦੀ, ਮੇਰੇ ਸਹੁਰਾ ਸਾਹਿਬ ਦੀ ਵੀ ਇੰਟਰਵਿਊ ਕਰਿਓ ਅਤੇ ਦੇਖਣਾ ਮੇਰਾ ਪੂਰਾ ਪਰਿਵਾਰ ਹੀ ਜਿਹੜਾ ਉਹ ਕਲਾਕਾਰਾਂ ਵਾਲਾ ਪਰਿਵਾਰ ਹੈ। ਹੁਣ ਪੁੱਛਦੇ ਆ ਨਾਲ ਹੀ ਕਿ ਰਾਜਵੀਰ ਜੀ ਦੇ ਹੋਰ ਕੀ ਰੁਝੇਵੇ ਆ, ਕਿਵੇਂ ਇਹ ਸਾਰਾ ਜਿਹੜਾ ਟਾਈਮ ਆਪਣਾ ਜਿਹੜਾ ਦਿਨ ਦੇ ਵਿੱਚ ਲੰਘਾਉਂਦੇ ਆ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਜ ਨੂੰ, ਲੋਕਾਂ ਨੂੰ ਕੀ ਦੇ ਕੇ ਜਾ ਰਹੇ ਆ ਔਰ ਕਿਵੇਂ ਜਿਹੜਾ ਵਾ ਸਾਰੇ ਇਹਨੂੰ ਮੈਨੇਜ ਕਰਦੇ ਨੇ, ਇਹ ਗੱਲ ਕਰਦੇ। ਜੀ ਰਮੇਸ਼ ਜੀ, ਮੇਰੇ ਜੀਵਨ ਦੇ ਰੁਝੇਵਿਆਂ ਦੇ ਵਿੱਚ ਇਹ ਹੈ ਕਿ ਜਿੱਦਾਂ 2 ਸਾਲ ਤੋਂ ਤੁਹਾਨੂੰ ਪਤਾ ਹੈ ਕਿ ਸਾਡਾ ਪੂਰਾ ਜਿਹੜਾ ਸੰਸਾਰ ਹੈ, ਪੂਰਾ ਸਾਡਾ ਇੰਡੀਆ, ਪੰਜਾਬ ਜਿਹੜਾ ਉਹ ਇਸ ਮਹਾਂਮਾਰੀ ਦੀ ਚਪੇਟ ਦੇ ਵਿੱਚ ਆਇਆ ਹੋਇਆ, ਕਰੋਨਾ ਦੀ ਚਪੇਟ 'ਚ ਆਇਆ ਹੋਇਆ। ਅਸੀਂ ਸਭ ਤੋਂ ਪਹਿਲਾਂ ਫਸਟ ਲਹਿਰ, ਫਿਰ ਸੈਕਿੰਡ, ਫਿਰ ਹੁਣ 3rd ਵੇਵ ਚੱਲ ਰਹੀ ਆ। ਅਤੇ ਸਾਨੂੰ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਹੀ ਬੈਠ ਗਏ। ਬਿਜ਼ਨਸਮੈਨ ਹੋ ਗਏ, ਸਪੋਰਟਸ ਜਗਤ ਨਾਲ ਤੁਸੀਂ ਦੇਖ ਲਓ, ਸਭ ਲੋਕ ਘਰ ਹੀ ਬੈਠੇ ਹੋਏ ਆ। ਲੇਕਿਨ ਹੁਣ ਹੌਲੀ ਹੌਲੀ ਜਿਹੜਾ ਉਹ ਜ਼ਿੰਦਗੀ ਜਿਹੜੀ ਆ ਉਹ ਪਟੜੀ 'ਤੇ ਆ ਰਹੀ ਆ। ਅਤੇ ਮੇਰੇ ਰੁਝੇਵਿਆਂ ਦੀ ਗੱਲ ਕਰੋ ਤਾਂ ਰਮੇਸ਼ ਜੀ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਂ ਇੱਕ ਐਕਟਰੈਸ ਅਤੇ ਇੱਕ ਕਮੇਡੀਅਨ ਹੋਣ ਦੇ ਨਾਤੇ ਦੇ ਨਾਲ ਨਾਲ ਮੈਂ ਇੱਕ ਡਾਇਟੀਸ਼ੀਅਨ ਅਤੇ ਨਿਊਟ੍ਰੀਸ਼ਨਿਸਟ ਵੀ ਹਾਂ। ਔਰ ਮੈਂ ਸਮਾਜ ਦੇ ਵਿੱਚ, ਕਿਉਂਕਿ 2 ਸਾਲ ਕਰੋਨਾ ਹੋਣ ਕਰਕੇ ਬਹੁਤ ਸਾਰੇ ਲੋਕਾਂ ਦੀ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਅਤੇ ਮੈਂ ਇਹਦਾ ਕੋਰਸ ਕੀਤਾ ਹੋਇਆ ਹੁਣ ਡਾਇਟੀਸ਼ੀਅਨ ਅਤੇ ਨਿਊਟ੍ਰੀਸ਼ਨਿਸਟ ਦਾ। ਅਤੇ ਮੈਂ ਹੁਣ ਲੋਕਾਂ ਦੇ ਲਈ ਜਿਹੜੀਆਂ ਸਮਾਜ ਦੀ ਸਿਹਤ ਵੱਲ ਮੈਂ ਜ਼ਿਆਦਾ ਹੁਣ ਧਿਆਨ ਦੇ ਰਹੀ ਹਾਂ। ਬਾਕੀ ਉਹਦੇ ਨਾਲ ਨਾਲ ਮੈਨੂੰ ਚੈਨਲਸ ਤੋਂ ਬਹੁਤ ਸਾਰੀਆਂ ਆਫਰਸ ਵੀ ਆ ਰਹੀਆਂ। ਮੈਂ ਗੁਗਲੀ ਐਂਟਰਟੇਨਮੈਂਟ ਚੈਨਲ ਦੇ ਰਾਹੀਂ ਮੈਂ ਗੱਲ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਜਲਦੀ ਤੁਸੀਂ ਮੈਨੂੰ ਇੱਕ ਬਹੁਤ ਵੱਡੇ ਪਲੇਟਫਾਰਮ 'ਤੇ, ਵੱਡੇ ਚੈਨਲ 'ਤੇ ਕਾਮੇਡੀ ਸ਼ੋਅ ਕਰਦਿਆਂ ਦੇਖੋਗੇ। ਅਜੇ ਤਾਂ ਮੈਂ ਨਾਂ ਡਿਸਕਲੋਜ਼ ਨਹੀਂ ਕਰਨਾ, ਪਰ ਉਹਦੇ ਨਾਲ ਨਾਲ ਮੈਂ ਇੱਕ ਡਾਇਟੀਸ਼ੀਅਨ ਅਤੇ ਨਿਊਟ੍ਰੀਸ਼ਨ ਦਾ ਵੀ ਮੈਂ ਕੰਮ ਕਰ ਰਹੀ ਹਾਂ। ਔਰ ਕਿਉਂਕਿ ਲੋਕ ਜਿਹੜੇ ਆ ਉਹ ਸਿਹਤ ਦੇ ਉੱਤੇ ਉਹਨਾਂ ਦੇ ਬੜਾ ਅਸਰ ਪਿਆ, ਮੈਂਟਲੀ ਉਹ ਵਿਚਾਰੇ ਜਿਹੜੇ ਨਾ ਬਹੁਤ ਡਿਪਰੈਸ਼ਨ 'ਚ ਚਲੇ ਗਏ ਨੇ, ਖਾਸ ਕਰਕੇ ਬੱਚੇ, ਔਰਤਾਂ। ਦੇਖੋ ਅੱਗੇ ਕੀ ਹੁੰਦਾ ਸੀ ਨਾ ਰਮੇਸ਼ ਜੀ ਕਿ
ਜਿਹੜੇ ਹਸਬੈਂਡਸ ਹੁੰਦੇ ਸੀ, ਜਿਹੜੇ ਆਦਮੀ ਲੋਕ ਸੀ, ਉਹ ਆਫਿਸ ਚਲੇ ਜਾਂਦੇ ਸੀ ਤੇ ਔਰਤਾਂ ਦੇ ਕੋਲ ਕਾਫੀ ਉਹਨਾਂ ਦਾ ਟਾਈਮ ਉਹਨਾਂ ਨੂੰ ਮਿਲ ਜਾਂਦਾ ਸੀਗਾ। ਲੇਕਿਨ ਉਹਨਾਂ ਨੇ ਹੁਣ ਕੀ ਹੋਇਆ ਕਿ ਉਹ ਜਿਹੜੇ ਆਫਿਸ 'ਚ ਕੰਮ ਕਰਨ ਵਾਲੇ ਆਦਮੀ ਸੀਗੇ ਨਾ, ਉਹ ਘਰਾਂ 'ਚ ਵੀ ਘਰਾਂ 'ਚ ਬੈਠ ਗਏ। ਔਰਤਾਂ ਨੂੰ ਜ਼ਿਆਦਾ ਡਬਲ ਕੰਮ ਕਰਨਾ ਪਿਆ। ਬੱਚੇ ਵੀ ਘਰੇ ਹੀ ਕਲਾਸਾਂ ਲਗਾਉਂਦੇ ਨੇ, ਹਸਬੈਂਡ ਵੀ ਘਰ ਦੇ ਵਿੱਚ ਹੀ ਕਲਾਸ ਲਾਉਣ ਲੱਗ ਗਏ ਤੇ ਵਾਈਫ ਦਾ, ਔਰਤ ਦਾ ਰੋਲ ਜਿਹੜਾ ਨਾ ਜ਼ਿਆਦਾ ਵੱਧ ਗਿਆ। ਉਹਦੇ 'ਤੇ ਮੈਂਟਲੀ ਪ੍ਰੈਸ਼ਰ ਜ਼ਿਆਦਾ ਪੈ ਗਿਆ। ਉਹਦੇ ਨਾਲ ਉਹ ਫੈਮਿਲੀ ਦਾ ਤਾਂ ਧਿਆਨ ਤਾਂ ਪਹਿਲਾਂ ਵੀ ਰੱਖ ਰਹੀ ਸੀ, ਪਰ ਉਹ ਜ਼ਿਆਦਾ ਉਹਨਾਂ ਦਾ ਧਿਆਨ ਰੱਖਣ ਲੱਗ ਗਈ ਕਿਉਂਕਿ ਬੱਚੇ ਵੀ ਘਰ ਤੇ ਮਰਦ ਮੈਂਬਰ ਵੀ ਘਰ, ਤੇ ਉਹ ਆਪਣਾ ਧਿਆਨ ਰੱਖ ਹੀ ਨਹੀਂ ਪਾਈ। ਉਹਦੇ ਨਾਲ ਉਹਨਾਂ ਔਰਤਾਂ ਨੂੰ ਜਿਹੜਾ ਮੈਂਟਲੀ ਵੀ ਬਹੁਤ ਪਰੇਸ਼ਾਨੀਆਂ ਆ ਰਹੀਆਂ ਔਰ ਆਪਣੀ ਫਿਜ਼ੀਕਲੀ ਵੀ ਉਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀਆਂ। ਅਤੇ ਮੇਰੇ ਕੋਲ ਹੁਣ ਇਹ ਆ ਕਿ ਮੈਂ ਇਹ ਸੇਵਾ ਜਿਹੜੀ ਆ ਨਾ, ਇਹ ਡਾਈਟੀਸ਼ੀਅਨ ਦੀ ਦੇ ਰਹੀ ਹਾਂ ਕਿ ਚੰਗਾ ਖਾਣਾ ਖਾਓ, ਘਰ ਦੇ ਵਿੱਚ ਹੀ ਬਣੀਆਂ ਹੋਈਆਂ ਚੀਜ਼ਾਂ ਨੂੰ ਵਰਤੋ। ਕਿਉਂਕਿ ਤੁਸੀਂ ਦੇਖਿਆ ਕਿ ਕਰੋਨਾ ਦੇ ਵਿੱਚ ਬਹੁਤ ਸਾਰੇ ਆਦਮੀ ਲੋਕ ਜਿਹੜੇ ਇਹ ਬੜਾ ਫਾਇਦਾ ਹੋਇਆ ਕਿ ਜਿਹੜੇ ਪਤੀ ਲੋਕ ਨੇ ਨਾ, ਉਹਨਾਂ ਨੂੰ ਕੰਮ ਕਰਨ ਦੀ ਜਾਚ ਪੈ ਗਈ। ਅੱਜ ਮੈਂ ਵੀ ਆਪਣੇ ਘਰ ਦੇ ਵਿੱਚ ਆਪਣੇ ਹਸਬੈਂਡ ਤੋਂ ਸਾਰੇ ਕੰਮ ਕਰਾਏ ਆ, ਅਤੇ ਔਰ ਜਿਵੇਂ ਕਿ ਮੈਂ ਉਹਨਾਂ ਕੋਲ ਭਾਂਡੇ ਵੀ ਮੰਜਾਏ ਆ, ਅਤੇ ਮੈਂ ਉਹਨਾਂ ਕੋਲ ਕੱਪੜੇ ਧਵਾਏ, ਰੋਟੀਆਂ ਵੀ ਬਣਵਾਈਆਂ, ਸਬਜ਼ੀਆਂ ਵੀ ਬਣਵਾਈਆਂ। ਅਤੇ ਅੱਜ ਹੁਣ ਉਹ ਹੱਥ ਜੋੜ ਕੇ ਕਰੋਨਾ ਨੂੰ ਕਹਿਣ ਡਿਆ ਅਤੇ ਸਰਕਾਰ ਨੂੰ ਕਹਿਣ ਡਿਆ ਵੀ ਸਰਕਾਰੋ ਸਕੂਲ ਖੋਲ੍ਹ ਦਿਓ ਕਿ ਸਾਨੂੰ ਜਨਾਨੀਆਂ ਵਾਲੇ ਕੰਮਾਂ ਦੇ ਵਿੱਚ ਹੀ ਪਾ ਦੇਣਾ ਜੀ। ਅਤੇ ਉਹਨਾਂ ਦੀ ਵੈਸੇ ਸੁਣੀ ਗਈ ਹੈ, ਪਰਮਾਤਮਾ ਨੇ ਵੀ ਸੁਣ ਲਈ ਅਤੇ ਸਰਕਾਰ ਨੇ ਵੀ ਸੁਣ ਲਈ। ਹੁਣ ਉਹ ਸਕੂਲ ਜਾ ਰਹੇ, ਪਰ ਟੈਨਸ਼ਨ ਮੈਨੂੰ ਜ਼ਿਆਦਾ ਹੋਈ ਵੀ ਮੇਰੇ ਕੰਮ ਕਿੰਨੇ ਕਰਦੇ। ਖੈਰ ਮੈਂ ਅੱਗੇ ਵੀ ਪਹਿਲਾਂ ਵੀ ਕੰਮ ਕਰਦੀ ਸੀਗੀ ਅਤੇ ਹੁਣ ਵੀ ਮੈਂ ਕੰਮ ਕਰ ਰਹੀ ਹਾਂ। ਅਤੇ ਇਸ ਤੋਂ ਬਾਅਦ ਮੈਂ ਹੁਣ ਡਾਈਟੀਸ਼ੀਅਨ ਦੇ ਤੌਰ ਦੇ ਉੱਤੇ ਮੈਂ ਜਿਹੜਾ ਹੈ ਉਹ ਸਮਾਜ ਦੀ ਸੇਵਾ ਕਰ ਰਹੀ ਹਾਂ ਕਿ ਬਹੁਤ ਸਾਰੀਆਂ ਲੇਡੀਜ਼ ਨੂੰ ਜੇ ਹੈਲਥ ਦੀ ਕੋਈ ਇਸ਼ੂਜ਼ ਨੇ ਤਾਂ ਉਹ ਮੇਰੇ ਕੋਲ ਆਉਣ ਅਤੇ ਮੈਂ ਉਹਨਾਂ ਨੂੰ ਦੱਸ ਸਕਦੀ ਹਾਂ ਕਿ ਉਹ ਕਿੱਦਾਂ ਆਪਣੀ ਰਸੋਈ ਦੇ ਵਿੱਚ ਹੀ ਆਪਣੀ ਹੈਲਥ ਨੂੰ ਬਣਾ ਸਕਦੀਆਂ ਨੇ ਔਰ ਮੇਰੇ ਵਾਂਗੂ ਸਲਿਮ ਟ੍ਰਿਮ ਹੋ ਸਕਦੀਆਂ ਨੇ, ਆਪਣੇ ਫੈਮਿਲੀ ਦੀ ਸਿਹਤ ਦਾ ਧਿਆਨ ਰੱਖ ਸਕਦੀਆਂ ਨੇ। ਔਰ ਮੈਂ ਕਹਿੰਦੀ ਹਾਂ ਕਿ ਹਰ ਘਰ ਦੇ ਵਿੱਚ ਇੱਕ ਕਮੇਡੀਅਨ ਹੋਣੀ ਚਾਹੀਦੀ ਆ ਔਰ ਹਰ ਘਰ ਦੇ ਵਿੱਚ ਇੱਕ ਡਾਈਟੀਸ਼ੀਅਨ ਹੋਣੀ ਚਾਹੀਦੀ ਆ, ਜਿਹਦੇ ਨਾਲ ਸਿਹਤ ਵੀ ਸੁਧਰੇ। ਅਤੇ ਕਿਉਂਕਿ ਕਹਿੰਦੇ ਨੇ ਕਿ ਲਾਫਟਰ ਇਜ਼ ਦਾ ਬੈਸਟ ਮੈਡੀਸਨ, ਕਿ ਹੱਸਣਾ ਜਿਹੜਾ ਵਾ ਉਹ ਸਿਹਤ ਵਾਸਤੇ ਬੜਾ ਜ਼ਰੂਰੀ ਆ। ਹੱਸਣਾ ਜਿਹੜਾ ਵਾ ਉਹ ਸਿਹਤ ਵਾਸਤੇ ਇੱਕ ਦਵਾਈ ਦਾ ਕੰਮ ਕਰਦੀ। ਅਤੇ ਮੈਂ ਤਾਂ ਵੇਖੋ ਇੱਕ ਡਾਈਟੀਸ਼ੀਅਨ ਵੀ ਹਾਂ ਅਤੇ ਕਮੇਡੀਅਨ ਵੀ ਹਾਂ, ਅਤੇ ਇਹ ਸਾਰੇ ਜਿਹੜੇ ਰੋਲ ਮੈਂ ਨਿਭਾ ਰਹੀ ਹਾਂ। ਅੱਜ ਕੱਲ੍ਹ ਮੇਰੇ ਰੁਝੇਵੇਂ ਜਿਹੜੇ ਆ ਇਹਦੇ ਵਿੱਚ ਆ, ਪਰ ਮੈਂ ਨੈਕਸਟ ਤੁਹਾਨੂੰ ਬੜੀ ਜਲਦੀ ਇੱਕ ਚੈਨਲ 'ਤੇ ਵੀ ਦਿਖਾਂਗੀ ਔਰ ਬਹੁਤ ਸਾਰੀਆਂ ਵੀਡੀਓ ਐਲਬਮਸ ਵੀ ਦਿਖਾਂਗੀ। ਇਹ ਕੋਈ ਤੁਸੀਂ ਪ੍ਰੋਡਕਟ ਵਗੈਰਾ ਖੁਦ ਤਿਆਰ ਕਰਦੇ ਹੋ ਜਾਂ ਜਿਸ ਤਰ੍ਹਾਂ ਦਰਸ਼ਕ ਦੇਖਣ ਆ ਸਾਰੀ ਤੁਹਾਡੀ ਗੱਲਬਾਤ ਸੁਣਨ ਅਤੇ ਉਹਦੇ ਤੋਂ ਬਾਅਦ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹਵੇ ਤਾਂ ਕਿਵੇਂ? ਬਿਲਕੁਲ ਰਮੇਸ਼ ਜੀ, ਮੇਰਾ ਗੂਗਲ ਦੇ ਉੱਤੇ ਤੁਸੀਂ ਸਰਚ ਕਰੋ ਰਾਜਬੀਰ ਕੌਰ ਡਾਈਟੀਸ਼ੀਅਨ ਤੇ ਨਿਊਟ੍ਰੀਸ਼ਨਿਸਟ, ਅਤੇ ਗੂਗਲ ਦੇ ਵਿੱਚ ਤੁਸੀਂ ਸਰਚ ਕਰੋ। ਮੈਂ ਕੋਈ ਵੀ ਪ੍ਰੋਡਕਟ ਨਹੀਂ ਦਿੰਦੀ, ਕੋਈ ਮੈਡੀਸਨ ਨਹੀਂ ਦਿੰਦੀ। ਮੈਂ ਜੋ ਘਰ ਦੀ ਕਿਚਨ ਦੇ ਵਿੱਚ ਜੋ ਸਾਡੀ ਕੁਦਰਤ ਵੱਲੋਂ, ਜੋ ਸਾਡੇ ਪੁਰਾਣੇ ਲੋਕ ਸਾਡੇ ਘਰਾਂ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਯੂਜ਼ ਹੁੰਦਾ ਸੀ, ਮੈਂ ਉਹਨਾਂ ਚੀਜ਼ਾਂ ਨੂੰ ਹੀ ਯੂਜ਼ ਕਰਦੀ ਹਾਂ। ਫਰੂਟਸ ਨੇ, ਵੈਜੀਟੇਬਲਸ ਨੇ, ਡਰਾਈ ਨਟਸ ਨੇ, ਫਿਰ ਮਸਾਲਾਜ਼ ਨੇ ਜਿੱਦਾਂ ਲਾਈਕ ਜੀਰਾ ਆ, ਜਵੈਣ ਆ, ਸੌਂਫ ਆ, ਸੁੰਡ ਹੈ, ਡਰਾਈ ਨਟਸ ਨੇ ਜਿੱਦਾਂ ਬਦਾਮ ਹੈ, ਖਜੂਰ ਹੈ, ਕੋਕੋਨਟ ਹੈ। ਔਰ ਵੈਜੀਟੇਬਲ ਦੇ ਵਿੱਚ ਅੱਜ ਕੱਲ੍ਹ ਦੇਖੋ ਕੱਦੂ, ਕਰੇਲਾ, ਅਰਬੀ, ਭਿੰਡੀ, ਤੋਰੀ, ਕਾਲੇ ਛੋਲੇ, ਚਿੱਟੇ ਛੋਲੇ, ਮਾਵਾਂ ਦੀ ਦਾਲ ਔਰ ਪੱਤਾ ਗੋਭੀ, ਫੁੱਲ ਗੋਭੀ, ਬਹੁਤ ਸਾਰੀਆਂ ਐਸੀਆਂ ਚੀਜ਼ਾਂ। ਤੁਸੀਂ ਦੇਖੋ ਕਿ ਮੈਂ ਅਗਰ ਮੇਰੇ ਕੋਲ ਕੋਈ ਆਉਂਦਾ ਆ ਤਾਂ ਮੈਂ ਉਹਨੂੰ ਹਮੇਸ਼ਾ ਉਹਦੀ ਕਿਚਨ ਦੇ ਵਿੱਚ ਹੀ ਉਹਦੀ ਸਿਹਤ ਦਾ ਜਿਹੜਾ ਰਾਜ਼ ਆ ਦੱਸਦੀ ਹਾਂ ਕਿ ਕਿਚਨ ਦੇ ਵਿੱਚ ਹੀ ਸਿਹਤ ਦਾ ਰਾਜ਼ ਆ। ਤੁਹਾਨੂੰ ਕਿਸੇ ਮੈਡੀਕਲ ਸਟੋਰ 'ਤੇ ਜਾਣ ਦੀ ਲੋੜ ਨਹੀਂ, ਤੁਹਾਨੂੰ ਕਿਸੇ ਹੌਸਪੀਟਲ ਦੇ ਵਿੱਚ ਜਾਣ ਦੀ ਲੋੜ ਨਹੀਂ। ਤੁਹਾਡਾ BP, ਤੁਹਾਡਾ ਸ਼ੂਗਰ, ਤੁਹਾਡਾ ਕੋਲੈਸਟਰੋਲ, ਤੁਹਾਡਾ ਜਿਹੜਾ ਵੇਟ ਜਿਹੜਾ ਤੁਸੀਂ ਗੇਨ ਕੀਤਾ ਹੋਇਆ, ਉਹ ਸਾਰਾ ਉਹਦਾ ਹੱਲ ਜਿਹੜਾ ਤੁਹਾਡੀ ਰਸੋਈ ਦੇ ਵਿੱਚ, ਅਤੇ ਰਸੋਈ ਦੇ ਵਿੱਚ ਹੀ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹਨੂੰ ਤੁਸੀਂ ਮੇਨਟੇਨ ਕਰ ਸਕਦੇ ਹੋ। ਦੇਖੋ ਰਮੇਸ਼ ਜੀ, ਅਸੀਂ ਲੋਕ ਖਾਣਾ ਤਾਂ ਖਾਂਦੇ ਹੀ ਹਾਂ, ਸਾਰੀ ਰੋਟੀ ਖਾਂਦੇ ਨੇ, ਸਾਰੇ ਸਬਜ਼ੀਆਂ ਖਾਂਦੇ ਨੇ, ਪਰ ਉਹਦਾ ਇੱਕ ਬੈਲੈਂਸਡ ਬਣਾਉਣਾ, ਉਹਦੀ ਟਾਈਮਿੰਗ ਬਣਾਉਣਾ ਲੋਕ ਭੁੱਲ ਹੀ ਗਏ ਆ। ਕਿ ਸਾਡੀ ਰਸੋਈ ਦੇ ਵਿੱਚ ਕੀ ਹੁੰਦਾ ਹੈ ਕਿ ਕਈ ਵਾਰ ਸਾਡੀ ਥਾਲੀ ਦੇ ਵਿੱਚ ਬਹੁਤ ਸੋਹਣਾ ਖਾਣਾ ਪਰੋਸਿਆ ਹੁੰਦਾ, ਪਰ ਸਾਡਾ ਮਾਈਂਡ ਸਟੇਬਲ ਨਹੀਂ ਹੁੰਦਾ, ਸਾਡਾ ਮੂਡ ਠੀਕ ਨਹੀਂ ਹੁੰਦਾ, ਅਤੇ ਸਾਨੂੰ ਉਹ ਲੱਗਾ ਕੁਛ ਵੀ ਨਹੀਂ ਕਰੂਗਾ। ਸਾਡੇ ਮੂਡ ਦਾ ਅਤੇ ਸਾਡੇ ਮਾਈਂਡ ਦਾ ਸੰਬੰਧ ਸਾਡੀ ਥਾਲੀ ਦੇ ਨਾਲ ਹੈਗਾ, ਅਤੇ ਥਾਲੀ ਦਾ ਸੰਬੰਧ ਸਾਡੇ ਮੂਡ ਨਾਲ ਹੈਗਾ। ਭੋਜਨ ਦਾ ਸੰਬੰਧ ਜਿਹੜਾ ਸਾਡੇ ਮਾਈਂਡ ਨਾਲ ਹੈਗਾ, ਸਾਡੇ ਮਾਈਂਡ ਦਾ ਸੰਬੰਧ ਸਾਡੇ ਭੋਜਨ ਨਾਲ ਹੈਗਾ। ਤੁਸੀਂ ਦੇਖੋ ਕਿ ਜੇ ਅਸੀਂ ਸਾਰਾ ਦਿਨ ਭੁੱਖੇ ਬੈਠੇ ਰਹੀਏ, ਅਸੀਂ ਬਹੁਤ ਖੁਸ਼ ਹਾਂ, ਮੇਰੇ ਕੋਲ ਬਹੁਤ ਪੈਸਾ ਆ, ਮੇਰੇ ਕੋਲ ਸੋਹਣੀ ਸਿਹਤ ਆ ਔਰ ਮੈਂ ਬਹੁਤ ਅਮੀਰ ਹਾਂ ਔਰ ਮੈਂ ਬਹੁਤ ਸਫਲ ਇੱਕ ਅਭਿਨੇਤਰੀ ਹਾਂ, ਲੇਕਿਨ ਉਹਦੇ ਨਾਲ ਮੈਂ ਭੁੱਖੀ ਰਹਿੰਦੀ ਹਾਂ, ਅਤੇ ਓਬਵੀਅਸਲੀ ਮੇਰੇ ਸਰੀਰ ਦੇ ਉੱਤੇ ਉਹਦਾ ਅਸਰ ਜਿਹੜਾ ਉਹ ਨਜ਼ਰ ਆਊਗਾ।
ਤੇ ਜੇ ਮੈਂ ਕਹਾਂ ਕਿ ਮੈਂ ਸਾਰਾ ਦਿਨ ਖਾਈ ਜਾਵਾਂ ਉਹਦੇ ਨਾਲ ਵੀ ਮੇਰੀ ਸਿਹਤ 'ਤੇ ਅਸਰ ਪਏਗਾ। ਹਰ ਚੀਜ਼ ਦਾ ਇੱਕ ਬੈਲੈਂਸ ਆ। ਜਿੱਦਾਂ ਸ੍ਰਿਸ਼ਟੀ, ਜਿੱਦਾਂ ਇੱਕ ਕੁਦਰਤ ਇੱਕ ਨਿਯਮ ਨਾਲ ਚੱਲਦੀ ਹੈ, ਸੂਰਜ ਆਪਣੇ ਨਿਯਮ ਨਾਲ। ਕਦੀ ਸੂਰਜ ਨੇ ਇੰਨੀ ਗੱਲ ਕਹੀ ਹੈ ਕਿ ਮੈਂ 7 ਵਜੇ ਨਹੀਂ, ਮੈਂ 7:30 ਵਜੇ ਚੜ੍ਹਨਾ ਹੈ, ਜਾਂ ਮੈਂ 5 ਵਜੇ ਨਹੀਂ 5:30। ਫਿਰ ਅਸੀਂ ਇੰਨੀ ਗੱਲ ਕਿਉਂ ਕਹਿੰਦੇ ਕਿ ਨਹੀਂ ਮੈਂ ਸਵੇਰੇ 6 ਵਜੇ ਨਹੀਂ, ਮੈਂ 10 ਵਜੇ ਬ੍ਰੇਕਫਾਸਟ ਕਰਨਾ। ਉਸੇ ਤਰ੍ਹਾਂ ਜਿਸ ਤਰ੍ਹਾਂ ਕੁਦਰਤ ਆਪਣੇ ਨਿਯਮ ਨਾਲ ਚੱਲਦੀ ਪਈ ਹੈ ਨਾ, ਇਨਸਾਨ ਵੀ ਇੱਕ ਨਿਯਮ ਨਾਲ ਚੱਲੇ ਤਾਂ ਮੇਰੇ ਖਿਆਲ ਦੇ ਵਿੱਚ ਉਹ ਜਿੱਤ ਪ੍ਰਾਪਤ ਕਰ ਸਕਦਾ, ਕਿਉਂਕਿ ਕੁਦਰਤ ਦਾ ਤੇ ਮਨੁੱਖ ਦਾ ਆਪਸ ਦੇ ਵਿੱਚ ਬਹੁਤ ਗਹਿਰਾ ਸੰਬੰਧ ਆ। ਮਨੁੱਖ ਜਿਹੜਾ ਆ, ਅਸੀਂ ਇਨਸਾਨ ਜਿਹੜੇ ਉਹ ਕੁਦਰਤ ਤੋਂ ਅਲੱਗ ਨਹੀਂ ਆ, ਅਸੀਂ ਕੁਦਰਤ ਦਾ ਹੀ ਰੂਪ ਹਾਂ। ਜੋ ਚੀਜ਼ਾਂ ਅਸੀਂ ਖਾਂਦੇ ਹਾਂ, ਜੋ ਚੀਜ਼ਾਂ ਅਸੀਂ ਪੀਂਦੇ ਹਾਂ, ਜੋ ਚੀਜ਼ਾਂ ਅਸੀਂ ਲਾਉਂਦੇ ਹਾਂ, ਜੋ ਅਸੀਂ ਕਰਦੇ ਹਾਂ, ਸਾਰਾ ਹੀ ਕੁਦਰਤ ਦਾ ਰੂਪ ਆ। ਜੇ ਅਸੀਂ ਕੁਦਰਤ ਨੂੰ ਪਾਸੇ ਕਰਕੇ ਆਪਣੀ ਮਰਜ਼ੀ ਕਰਾਂਗੇ ਤੇ ਮੇਰੇ ਖਿਆਲ ਦੇ ਵਿੱਚ ਅਸੀਂ ਸਾਡੇ ਢਿੱਡ ਵੀ ਵੱਧ ਜਾਣਗੇ, ਸਾਡੀ ਬੜੀ ਜਲਦੀ ਚਿਹਰੇ 'ਤੇ ਝੁਰੜੀਆਂ ਆ ਜਾਣਗੀਆਂ, ਅਸੀਂ ਬੜੀ ਜਲਦੀ ਬੁੱਢੇ ਨਜ਼ਰ ਆਵਾਂਗੇ। ਦੇਖੋ, ਏਜ ਮੈਟਰ ਨਹੀਂ ਕਰਦੀ ਰਮੇਸ਼ ਜੀ। ਉਮਰ ਜਿਹੜੀ ਆ ਨਾ, ਗੁਰਦਾਸ ਮਾਨ ਜੀ ਦਾ ਇੱਕ ਗਾਣਾ ਗੀਤ ਜਿਹੜਾ ਮੈਨੂੰ ਬਹੁਤ ਪਸੰਦ ਆ ਕਿ ਦਿਲ ਹੋਣਾ ਚਾਹੀਦਾ ਜਵਾਨ ਕਿ ਉਮਰਾਂ 'ਚ ਕੀ ਰੱਖਿਆ। ਦਿਲ ਜਵਾਨ ਹੋਣਾ ਚਾਹੀਦਾ, ਮਾਈਂਡ ਤੁਹਾਡਾ ਦਿਲ ਤੇ ਤੁਹਾਡਾ ਦਿਮਾਗ ਖੁਸ਼ ਹੋਣਾ ਚਾਹੀਦਾ। ਮਨ ਤੁਹਾਡਾ ਖੁਸ਼ ਆ ਨਾ, ਤੇ ਫਿਰ ਤੁਸੀਂ ਕਦੀ ਵੀ ਬੁੱਢੇ ਨਹੀਂ ਹੁੰਦੇ। ਤੁਸੀਂ ਦੇਖੋ, ਸਾਡੇ ਪਿੱਛੇ ਜੇ ਇੱਕ ਬਹੁਤ ਵਰਲਡ ਫੇਮਸ ਸਾਡੇ ਉੱਡਣਾ ਸਿੱਖ ਮਿਲਖਾ ਸਿੰਘ ਜੀ, ਜਿਹੜੇ ਪਿੱਛੇ ਅੱਜ ਬੜੀ ਜਲਦੀ ਇਸ ਦੁਨੀਆ ਤੋਂ ਚਲੇ ਗਏ। ਹਾਲਾਂਕਿ ਉਹਨਾਂ ਦੀ ਅਜੇ ਵੀ ਉਮਰ ਨਹੀਂ ਸੀ, ਉਹ 98 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ, ਔਰ 98 ਸਾਲ ਦੀ ਉਮਰ ਦੇ ਵਿੱਚ ਉਹ ਅੱਜ ਵੀ ਯੋਗਾ ਕਰਦੇ ਸੀ, ਦੌੜਦੇ ਸੀ, ਔਰ ਉਹਨਾਂ ਦੀ ਖੁਰਾਕ ਜਿਹੜੀ ਸੀ ਬਹੁਤ ਵਧੀਆ ਸੀ। ਟਾਈਮ ਨਾਲ ਉੱਠਦੇ ਸੀ, ਟਾਈਮ ਨਾਲ ਸੌਂਦੇ ਸੀ, ਟਾਈਮ ਨਾਲ ਖਾਂਦੇ ਪੀਂਦੇ ਸੀ। ਸੇਮ ਦੱਸਿਆ ਕਿ ਜਿੱਦਾਂ ਕੁਦਰਤ ਨਿਯਮ ਨਾਲ ਚੱਲਦੀ ਨਾ, ਉਸ ਤਰ੍ਹਾਂ ਇਨਸਾਨ ਲਈ ਵੀ ਇੱਕ ਨਿਯਮ ਬਣਾਏ ਗਏ ਕਿ ਉਹਨੇ ਰਾਤ ਨੂੰ ਸੌਣਾ ਹੈ ਤੇ ਦਿਨ ਵੇਲੇ ਉੱਠਣਾ ਹੈ। ਪਰ ਤੁਸੀਂ ਵੇਖੋ, ਅੱਜ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ ਕਿ ਲੋਕ ਫੋਨ ਦੇ ਉੱਤੇ ਲੱਗੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਦਿਨ ਹੋ ਗਈ ਤੇ ਕਿਹੜੇ ਵੇਲੇ ਰਾਤ ਹੋ ਗਈ। ਉਹਨਾਂ ਦੇ ਅੱਗੇ ਭੋਜਨ ਰੱਖਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਇੱਕ ਅੱਖ ਉਹਨਾਂ ਦੀ ਫੋਨ ਵੱਲ ਹੁੰਦੀ ਆ ਤੇ ਇੱਕ ਹੱਥ ਉਹਨਾਂ ਦਾ ਭੋਜਨ ਵੱਲ ਹੁੰਦਾ, ਪਰ ਉਹਨਾਂ ਨੂੰ ਪਤਾ ਨਹੀਂ ਅਸੀਂ ਕੀ ਖਾ ਰਹੇ ਹਾਂ ਤੇ ਕੀ ਦੇਖ ਰਹੇ ਹਾਂ। ਜੋ ਅਸੀਂ ਦੇਖਾਂਗੇ ਉਹਦਾ ਅਸਰ ਸਾਡੀ ਸਿਹਤ 'ਤੇ ਹੋਏਗਾ, ਜੋ ਅਸੀਂ ਖਾਵਾਂਗੇ ਉਹਦਾ ਅਸਰ ਸਾਡੀ ਸਿਹਤ 'ਤੇ ਹੋਏਗਾ। ਇਸ ਲਈ ਮੈਂ ਸਾਰਿਆਂ ਨੂੰ ਇਹ ਸੁਚੇਤ ਕਰਨਾ ਚਾਹੁੰਦੀ ਹਾਂ। ਜਿੱਦਾਂ ਸਾਡੇ ਗੁਗਲੀ ਐਂਟਰਟੇਨਮੈਂਟ ਦੇ ਜਿਹੜੇ ਤੁਹਾਡੇ ਮੈਂਬਰ ਨੇ ਨਵਦੀਪ ਜੀ, ਉਹ ਵੀ ਇੱਕ ਸਪੋਰਟਸ ਨੂੰ ਸੰਬੰਧ ਰੱਖਣ ਵਾਲੇ ਨੇ, ਔਰ ਉਹਦੇ ਉਹ ਹੈੱਡ ਨੇ, ਔਰ ਉਹ ਜ਼ਿਆਦਾ ਬਿਹਤਰ ਜਾਣਦੇ ਹੋਣਗੇ। ਔਰ ਰਮੇਸ਼ ਜੀ, ਮੈਂ ਤਾਂ ਤੁਹਾਨੂੰ ਵੀ ਦੇਖ ਰਹੀ ਹਾਂ ਕਿ ਤੁਸੀਂ ਵੀ ਇੰਨੇ ਯੰਗ ਔਰ ਇੰਨੇ ਗਲੋਇੰਗ ਨਜ਼ਰ ਆ ਰਹੇ ਹੋ, ਔਰ ਅੱਛਾ ਲੱਗ ਰਿਹਾ ਕਿ ਤੁਸੀਂ ਵੀ ਆਪਣੇ ਆਪ ਨੂੰ ਮੇਨਟੇਨ ਰੱਖਿਆ। ਨਹੀਂ ਤਾਂ ਤੁਹਾਡੀ ਉਮਰ ਦੇ ਤੁਸੀਂ ਲੋਕ ਦੇਖੋ ਬਹੁਤ ਜਲਦੀ ਬਜ਼ੁਰਗ ਨਜ਼ਰ ਆਉਂਦੇ। ਬਿਲਕੁਲ। ਤੇ ਤੁਸੀਂ, ਮੈਂ ਦੇਖ ਰਹੀ ਹਾਂ ਰਮੇਸ਼ ਜੀ ਕਿ ਤੁਹਾਡਾ ਵੀ ਜਿਹੜਾ ਆ ਉਹ ਲਾਈਫ ਸਟਾਈਲ ਬਹੁਤ ਵਧੀਆ, ਔਰ ਹਮੇਸ਼ਾ ਅੱਗੇ ਇਸ ਚੀਜ਼ ਨੂੰ ਜਿਹੜਾ ਉਹ ਕੰਟੀਨਿਊ ਕਰਨਾ ਚਾਹੀਦਾ। ਜੀ ਰਮੇਸ਼ ਜੀ। ਆਹ ਤੇ ਮੈਮ ਜੀ ਨੇ ਅਖੀਰ ਤੇ ਬੜਾ ਵੱਡਾ ਪੰਚ ਮਾਰ ਦਿੱਤਾ। ਬਾਕੀ ਰਮੇਸ਼ ਜੀ, ਤੁਸੀਂ ਵੀ ਇਸ ਤਰ੍ਹਾਂ ਦੇਖਦੇ ਹੋ। ਚਲੋ, ਬਹੁਤ ਵਧੀਆ, ਮੈਨੂੰ ਚੰਗਾ ਲੱਗਾ ਵਾ, ਔਰ ਮੈਂ ਰੱਖਾਂਗਾ ਫਿੱਟ। ਜੇ ਥੋੜ੍ਹੀ ਬਹੁਤੀ ਮੇਰੇ 'ਚ ਇਹੋ ਜਿਹੀ ਗੱਲ ਹੋਈ ਵੀ ਤਾਂ ਮੈਨੂੰ ਦੂਰ ਕਰਾਂਗਾ। ਤੁਸੀਂ ਸਾਰਿਆਂ ਨੇ ਅੱਜ ਇਸ ਇੰਟਰਵਿਊ ਦੌਰਾਨ ਦੇਖਿਆ ਕਿਵੇਂ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਹੋਈਆਂ, ਠੇਠ ਪੰਜਾਬੀ ਦੇ ਵਿੱਚ ਗੱਲਬਾਤ ਹੋਈ, ਪੰਜਾਬੀ ਮਾਂ ਬੋਲੀ ਦੇ ਨਾਲ ਮੋਹ ਝਲਕਿਆ ਪੂਰਾ। ਪ੍ਰਸਿੱਧ ਅਦਾਕਾਰ ਅਤੇ ਕਮੇਡੀਅਨ ਰਾਜਵੀਰ ਕੌਰ ਜੀ ਦੇ ਨਾਲ ਸਾਡੇ ਆ ਜਿੰਨੇ ਵੀ ਪਲ ਗੁਜ਼ਰੇ ਆ, ਮੇਰੀ ਜ਼ਿੰਦਗੀ ਦੇ ਅਤੇ ਨਵਦੀਪ ਦੀ ਜ਼ਿੰਦਗੀ ਦੇ ਇਹ ਬਿਹਤਰੀਨ ਪਲ ਹੋਣਗੇ। ਹਮੇਸ਼ਾ ਦੀ ਤਰ੍ਹਾਂ ਹੀ ਨਵਦੀਪ ਸੋਤਾ ਜੀ ਨੇ ਮੇਰੇ ਨਾਲ DOP 'ਤੇ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਨੇ, ਔਰ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਅਪੀਲ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ ਕਿ ਇਸ ਚੈਨਲ ਨੂੰ ਜਿਹੜਾ ਵਾ ਸਬਸਕ੍ਰਾਈਬ ਜ਼ਰੂਰ ਕਰਿਓ, ਕਿਉਂਕਿ ਇਹ ਬੜਾ ਲੰਮਾ ਸਫ਼ਰ ਜਿਹੜਾ ਉਹ ਚੱਲਣਾ ਵਾ। ਪ੍ਰਸਿੱਧ ਹਸਤੀਆਂ ਦੇ ਸਫ਼ਰ ਇਹ ਜ਼ਿੰਦਗੀ ਨੂੰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਵਾ, ਔਰ ਲੰਮੇ ਸਾਲਾਂ ਦੀ ਇਹ ਜਿਹੜੀ ਦੌੜ ਆ, ਦੌੜਨਾ ਸ਼ੁਰੂ ਕਰ ਦਿੱਤਾ ਵਾ, ਅਤੇ ਅੱਗੇ ਅੱਗੇ ਜਿਹੜਾ ਵਾ ਕਮਾਲ ਤੋਂ ਕਮਾਲ ਹੀ ਜਿਹੜਾ ਵਾ ਹੁੰਦਾ ਰਹੇਗਾ। ਅਤੇ ਬੜਾ ਵਧੀਆ ਲੱਗਾ ਅੱਜ ਰਾਜਵੀਰ ਕੌਰ ਜੀ ਨਾਲ ਮਿਲ ਕੇ, ਔਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਰੇ ਦਰਸ਼ਕਾਂ ਨੂੰ ਜਿਹੜਾ ਪਿਆਰ ਭਰੀ ਸਤਿ ਸ੍ਰੀ ਅਕਾਲ।